ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਬੱਗੈ ਕਾਤੀ। ਪ੍ਰਣਬਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਣ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਪੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਆਪਨਾ ਦਾ ਵੇਸਾਹੋ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਸਨ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲਿਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਬਿਨ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਆਪ ਤਿਆਗ ਬਿਨਤੀ ਕਰਹਿ, ਲਿਹੋ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆ,
से विछड़ कतह न जाए। प्रभ बिन दूजा को नहीं, नानक हर सरनाए। असु सुखी वसंदिया, जिना मया हर राए। प्रभ बिन दूजा को नहीं, नानक हर सरनाए। असु सुखी वसंदिया, जिना मया हर राए। वाहिगुरु जी का खालसा, वाहिगुरु जी की फतेह। परम सन्मानयोग जुगो जुग अटल, चवर छतर तख्त मालक। बाणी के बोहित, धन धन साहिब श्री गुरु ग्रंथ साहिब। सच्चे सतगुरु जी दी पावन पवित्र निੱਘੀ गोद अंदर जुड़ बैठे गुरु रूप गुरु सवारे सत संगी जनो। आप जी बड़ भागे हो, जो दशमेश पिता गुरु कलगीधर सतगुरु। अमृत के दाते सर्वंस दानी, बादशाह दरवेश गुरु गोबिंद सिंह। हक हक अंदेश गुरु गोबिंद सिंह। शाह शहनशाह धन धन साहिब श्री गुरु गोबिंद सिंह महाराज जी की चरण छो धरती। महान पवित्र अस्थान गुरुद्वारा मंजी साहिब आलमगीर विखे ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਅੱਸੂ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਸੁੰਦਰ ਦੀਵਾਨ ਸਜਾਏ ਗਏ ਹਨ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਪੰਜਾਂ ਬਾਣੀਆਂ ਦਾ ਨਿਤਨੇਮ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਵਾਹਿਗੁਰੂ ਪੰਜਾਂ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਸਤਿਗੁਰੂ ਮਹਾਰਾਜ ਜੀ ਨੇ ਅੱਸੂ ਦੇ ਮਹੀਨੇ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਸਨ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਅੱਸੂ ਦੇ ਮਹੀਨੇ ਦੁਆਰਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬਹੁਤ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। 12 ਮਹਾਨਾਮੇ ਬਾਣੀ ਦੇ ਵਿੱਚ ਗੁਰੂ ਸਾਹਿਬਾਨ ਜੀ ਦੀ ਇਹ 8ਵੀਂ ਪੌੜੀ ਹੈ। 8ਵੀਂ ਪੌੜੀ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਕਿਉਂਕਿ ਜਿਹੜਾ ਸੰਗਰਾਂਦ ਸ਼ਬਦ ਹੈ ਨਾ, ਸੰਗਰਾਂਦ ਸ਼ਬਦ ਅਸਲ ਵਿੱਚ ਇਹ ਸੰਸਕ੍ਰਿਤ ਦਾ ਸ਼ਬਦ ਹੈ।
ਸੰਕਰਾਂਤ, ਜਦੋਂ ਸੂਰਜ ਇੱਕ ਰਾਸ ਤੋਂ ਦੂਜੀ ਰਾਸ 'ਚ ਪਹੁੰਚਦਾ ਹੈ, ਉਦੋਂ ਸਮੇਂ ਵਿੱਚ ਕ੍ਰਾਂਤੀ ਆਉਂਦੀ ਹੈ, ਤਬਦੀਲੀ ਆਉਂਦੀ ਹੈ। ਅਤੇ ਲੋਕ ਹਿੰਦੂ ਵੀਰ ਸੂਰਜ ਨੂੰ ਦੇਵਤਾ ਮੰਨ ਕੇ, ਭਗਵਾਨ ਮੰਨ ਕੇ ਸੂਰਜ ਦੀ ਪੂਜਾ ਕਰਦੇ ਹਨ। ਪਰ ਗੁਰੂ ਸਾਹਿਬਾਨ ਜੀ ਨੇ ਸਾਨੂੰ ਇੱਕ ਨਿਰੰਕਾਰ ਦੇ ਲੜ ਲਾਇਆ, ਅਤੇ ਸਤਿਗੁਰੂ ਕਹਿੰਦੇ ਭਾਈ ਪੂਜਾ ਕਰਨੀ ਹੈ, ਇੱਕ ਨਿਰੰਕਾਰ ਦੀ ਪੂਜਾ ਕਰਨੀ ਹੈ, ਇੱਕ ਨਿਰੰਕਾਰ ਦੀ ਉਪਾਸਨਾ ਕਰਨੀ ਹੈ, ਇੱਕ ਨਿਰੰਕਾਰ ਦਾ ਹੀ ਨਾਮ ਜਪਣਾ ਹੈ। ਉਸ ਨਿਰੰਕਾਰ ਤੋਂ ਵੱਡਾ ਕੋਈ ਹੋਰ ਹੈ ਹੀ ਨਹੀਂ ਹੈ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪੂਜਾ ਨਹੀਂ ਹੋ ਸਕਦੀ ਹੈ। ਅਤੇ ਸਿੱਖ ਜਿਹੜਾ ਹੈ ਇੱਕ ਅਕਾਲ ਪੁਰਖ ਦਾ ਉਪਾਸਕ ਹੈ। ਸਿੱਖ ਕਿਸੇ ਸੂਰਜ ਦਾ, ਚੰਦਰਮਾ ਦਾ ਜਾਂ ਕਿਸੇ ਤਿੱਥਾਂ ਦਿਨਾਂ ਦਾ ਸਿੱਖ ਉਪਾਸਕ ਨਹੀਂ ਹੈ। ਗੁਰਬਾਣੀ ਜਦੋਂ ਆਪਾਂ 12 ਮਹਾਨਾਮੀ ਆਪਾਂ ਸੰਪੂਰਨ ਪੜ੍ਹਦੇ ਹਾਂ ਬਾਣੀ, ਇਸ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਆਰੰਭਤਾ ਕੀਤੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। ਜਦੋਂ ਸਮਾਪਤੀ ਕੀਤੀ ਹੈ, ਅਖੀਰ ਵਿੱਚ ਪਾਤਸ਼ਾਹ ਕਹਿੰਦੇ ਨੇ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਫਿਰ ਸਤਿਗੁਰੂ ਮਹਾਰਾਜ ਅਖੀਰਲੀ ਪੰਕਤੀ ਬਚਨ ਕਰਦੇ ਨੇ, ਕਹਿੰਦੇ ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਗੁਰੂ ਸਾਹਿਬਾਨ ਜੀ ਨੇ ਇਹ ਮੋਹਰ ਲਗਾ ਦਿੱਤੀ ਕਿ ਚਾਹੇ ਮਹੀਨੇ ਹਨ, ਚਾਹੇ ਦਿਨ ਹਨ, ਕੋਈ ਮੁਹੂਰਤ ਹੈ, ਸਭ ਭਲੇ ਨੇ, ਚੰਗੇ ਹਨ। ਕਹਿੰਦੇ ਨਾਨਕ ਤਾਂ ਕਹਿੰਦੇ ਇਹ ਚਾਹੇ ਹਰ ਮਹੀਨੇ ਵਿੱਚ, ਹਰ ਦਿਨਾਂ ਦੇ ਵਿੱਚ, ਅਤੇ ਨਾਨਕ ਤਾਂ ਕੇਵਲ ਇੱਕ ਹੀ ਦਾਤ ਉਸ ਪਰਮੇਸ਼ਰ ਪਾਸੋਂ ਮੰਗਦਾ ਕਿ ਹਰੀ ਪਰਮਾਤਮਾ ਸਾਨੂੰ ਆਪਣੇ ਦਰਸ਼ਨ ਦੇਣਾ ਕਰੋ। ਸੋ ਗੁਰੂ ਸਵਾਰ ਕਹਿਣ ਦਾ ਭਾਵ ਹੈ ਕਿ ਜਿੰਨੇ ਵੀ ਇਹ ਦਿਨ ਦਿਹਾੜੇ ਨੇ ਗੁਰੂ ਕਾਲ ਦੇ ਵਿੱਚ, ਗੁਰੂ ਪਾਤਸ਼ਾਹ ਦੇ ਸਮੇਂ ਸਤਿਗੁਰੂ ਜੀ ਸਰੀਰਕ ਤੌਰ 'ਤੇ ਸੰਸਾਰ ਦੇ ਵਿੱਚ ਸਨ, ਉਦੋਂ ਭਾਰਤ ਦੇਸ਼ ਦੇ ਵਿੱਚ ਇਹ ਜਿਹੜੀਆਂ ਮੱਸਿਆ, ਸੰਗਰਾਂਦ ਜਾਂ ਪੂਰਨਮਾਸ਼ੀ, ਦਸਵੀਂ ਇਤਿਆਦਿਕ ਇਹ ਜਿਹੜੇ ਦਿਨ ਸਨ, ਹਿੰਦੂ ਮਤ ਅਨੁਸਾਰ ਇਹ ਮਨਾਏ ਜਾਂਦੇ, ਲੋਕਾਂ ਦਾ ਇਕੱਠ ਹੁੰਦਾ ਸੀ। ਅਤੇ ਗੁਰੂ ਸਾਹਿਬਾਨ ਨੇ ਦੇਖਿਆ ਕਿ ਜਿੱਥੇ ਸਤਿਗੁਰ ਦਾ ਇਹ ਬਿਰਦ ਸੀ, ਜਿੱਥੇ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋ ਜਾਂਦੀਆਂ ਸਨ, ਅਤੇ ਇਕੱਠੀਆਂ ਸੰਗਤਾਂ ਨੂੰ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਸੀ, ਜਿਸ ਕਰਕੇ ਸਾਰਿਆਂ ਨੂੰ ਫਿਰ ਸਾਂਝਾ ਇੱਕ ਥਾਂ 'ਤੇ ਉਪਦੇਸ਼ ਹੁੰਦਾ ਸੀ ਅਤੇ ਸਾਰੇ ਕਮਾ ਲੈਂਦੇ ਸਨ। ਜਿਸ ਕਰਕੇ ਗੁਰੂ ਪਾਤਸ਼ਾਹ ਦੇ ਸਮੇਂ ਫਿਰ ਸਤਿਗੁਰ ਨੇ ਇਹ ਬਾਣੀ ਉਚਾਰਨ ਕਰ ਦਿੱਤੀ, 12 ਮਹਾਨਾਮੀ, ਕਿ ਭਾਈ ਸਿੱਖ ਨੂੰ ਕਿਸੇ ਪੰਡਤ ਕੋਲ ਜਾਣ ਦੀ ਲੋੜ ਨਹੀਂ ਹੈ, ਸਿੱਖ ਨੂੰ ਕਿਸੇ ਸਿਆਣੇ ਕੋਲ ਜਾਣ ਦੀ ਲੋੜ ਨਹੀਂ ਹੈ। ਅਤੇ ਸਿੱਖ ਨੇ ਦਿਨ ਦਿਹਾੜਾ ਹੋਵੇ, ਪੂਰਨਮਾਸ਼ੀ ਹੋਵੇ, ਮੱਸਿਆ ਹੋਵੇ, ਸੰਗਰਾਂਦ ਹੋਵੇ ਜਾਂ ਹੋਰ ਕੋਈ ਦਿਹਾੜਾ ਹੋਵੇ, ਅਤੇ ਸਿੱਖ ਨੇ ਬਾਣੀ ਪੜ੍ਹਨੀ ਹੈ। ਸਿੱਖ ਨੇ ਬਾਣੀ ਪੜ੍ਹ ਕੇ ਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ। ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਨਾ, ਪੁਰਾਣੇ ਸਮਿਆਂ ਦੇ ਵਿੱਚ ਲੋਕ ਜਦੋਂ ਸੰਗਰਾਂਦ ਦਾ ਦਿਨ ਚੜ੍ਹਦਾ ਸੀ ਜਾਂ ਮੱਸਿਆ ਪੂਰਨਮਾਸ਼ੀ ਹੋਣੀ, ਉਦੋਂ ਲੋਕਾਂ ਨੇ ਕੀ ਕਰਨਾ, ਲੋਕਾਂ ਨੇ ਪੰਡਤਾਂ ਕੋਲ ਜਾਣਾ, ਪੰਡਤਾਂ ਨੂੰ ਪੁੱਛਣਾ ਕਿ ਅੱਜ ਕਿਹੜਾ ਦਿਨ ਚੜ੍ਹਿਆ ਜੀ, ਅਤੇ ਪੰਡਤ ਨੇ ਆਖਦਾ ਅੱਜ ਫਲਾਣਾ ਦਿਨ ਚੜ੍ਹਿਆ ਹੈ, ਅੱਜ ਫਲਾਣੀ ਸੰਗਰਾਂਦ ਹੈ। ਅਤੇ ਉਦੋਂ ਫਿਰ ਕੀ ਕਰਨਾ, ਪੰਡਤ ਨੂੰ ਦਛਣਾ ਦੇਣੀ। ਅਤੇ ਇਸ ਤਰ੍ਹਾਂ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ। ਗੁਰੂ ਪਾਤਸ਼ਾਹ ਕਹਿੰਦੇ ਕਿਸੇ ਪਾਂਡੇ ਕੋਲ ਸਿੱਖ ਨੂੰ ਜਾਣ ਦੀ ਲੋੜ ਨਹੀਂ ਹੈ, ਸਿੱਖ ਨੇ ਚੱਲ ਕੇ ਆਪਣੇ ਗੁਰੂ ਦੇ ਕੋਲ ਆਉਣਾ ਹੈ। ਸਿੱਖ ਨੇ ਗੁਰੂ ਕੋਲ ਚੱਲ ਕੇ ਆਉਣਾ, ਗੁਰੂ ਸਾਹਿਬਾਨ ਦੀ ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਵਿਚਾਰਨਾ। ਬਸ ਸਿੱਖ ਦਾ ਇਹੀ ਜਿਹੜਾ ਹੈ ਅਸਲ ਵਿੱਚ ਜ਼ਿੰਦਗੀ ਦਾ ਮਕਸਦ ਹੈ। ਪਰ ਅਫਸੋਸ ਦੀ ਗੱਲ ਹੈ, ਗੁਰੂ ਸਾਹਿਬ ਅੱਜ ਵੀ ਆਪਾਂ ਇਹ ਕੰਮ ਕਰਦੇ, ਵਿਪਰਨ ਕੀ ਦਿਸ਼ਾ ਛੱਡੀ ਨਹੀਂ ਹੈ। ਗੁਰੂ ਘਰਾਂ ਦੇ ਵਿੱਚ ਹੁਕਮਨਾਮੇ ਸਾਹਿਬ ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦੇ ਹਨ, ਅਤੇ ਨਾਲ ਲਿਖਿਆ ਜਾਂਦਾ ਅੱਜ ਫਲਾਣੀ ਸੰਗਰਾਂਦ ਹੈ, ਜਿਵੇਂ ਅੱਸੂ ਦੀ ਸੰਗਰਾਂਦ ਹੈ, ਹੁਕਮਨਾਮਾ ਦੇ ਥੱਲੇ ਜਿੱਥੇ ਅਰਥ ਲਿਖੇ ਨੇ ਉੱਤੇ ਥੱਲੇ ਲਿਖਿਆ ਹੋਇਆ ਅਸਨ ਪ੍ਰੇਮ ਅਮਾਹੜਾ ਕਿਉਂ ਮਿਲਿਆ ਹਰ ਜਾਏ। ਸਾਰਿਆਂ ਨੂੰ ਪਤਾ ਹੈ, ਪਰ ਬਹੁਤ ਦਰ ਵਿੱਚ ਖਾਸ ਤੌਰ 'ਤੇ ਬੀਬੀਆਂ ਆ ਕੇ ਪੁੱਛਦੀਆਂ ਨੇ ਕਿ ਭਾਈ ਸਾਹਿਬ ਜੀ ਅੱਜ ਕਿਹੜਾ ਦਿਨ ਚੜ੍ਹਿਆ ਹੈ,
ਕਿਹੜੀ ਸੰਗਰਾਂਦ ਹੈ? ਇਹਦਾ ਮਤਲਬ ਕੀ ਹੈ ਕਿ ਰੀਤੀ ਸਾਡੀ ਹਾਲੇ ਵੀ ਵਿਪਰਾਂ ਵਾਲੀ ਹੈ। ਜਿਹੜੇ ਕੰਮਾਂ ਤੋਂ ਸਾਡੇ ਗੁਰੂ ਸਾਹਿਬਾਨ ਨੂੰ ਕੱਢਿਆ ਏ, ਆਪਾਂ ਉੱਥੇ ਜਾ ਖਲੋਤੇ ਹੋਏ ਹਾਂ। ਇਹ ਕਾਰਜ ਨਹੀਂ ਸਿੱਖ ਨੇ ਕਦੇ ਕਰਨਾ। ਅੱਜ ਅਜੋਕਾ ਜਿਹੜਾ ਸਮਾਂ ਪੜ੍ਹਿਆ ਲਿਖਿਆ ਯੁੱਗ ਦਾ ਸਮਾਂ ਹੈ। ਸਾਰੇ ਆਪਾਂ ਪੜ੍ਹੇ ਲਿਖੇ ਹਾਂ। ਗੁਰਬਾਣੀ ਪੜ੍ਹੋ, ਗੁਰਬਾਣੀ ਦੇ ਅਨੁਸਾਰ ਸੇਧ ਲਵੋ ਕਿ ਸਾਡੇ ਗੁਰੂ ਸਾਹਿਬਾਨ ਜੀ ਸਾਨੂੰ ਕੀ ਕਹਿ ਰਹੇ ਨੇ। ਜਦੋਂ ਆਪਾਂ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਾਂਗੇ, ਫਿਰ ਸਾਡਾ ਜਿਹੜਾ ਜੀਵਨ ਸਫਲਾ ਹੋ ਜਾਵੇ, ਸਾਡਾ ਸੰਸਾਰ 'ਚ ਆਇਆ ਸਫਲਾ ਹੋਵੇਗਾ। ਫਿਰ ਜਿਹੜੀ ਤੇ ਇਸ ਤਰ੍ਹਾਂ ਸਾਡਾ ਮਨੁੱਖਾ ਜਨਮ ਸਫਲਾ ਹੋਵੇਗਾ। ਤੇ ਸਤਿਗੁਰੂ ਕਹਿੰਦੇ ਸਿੱਖ ਕਿਸੇ ਸੂਰਜ ਦਾ ਉਪਾਸ਼ਕ ਨਹੀਂ, ਚੰਦਰਮਾ ਦਾ ਉਪਾਸ਼ਕ ਨਹੀਂ, ਸਿੱਖ ਸ਼ਬਦ ਦਾ ਉਪਾਸ਼ਕ ਹੈ। ਸਿੱਖ ਨਿਰੰਕਾਰ ਦਾ ਉਪਾਸ਼ਕ ਹੈ। ਸਿੱਖ ਨੇ ਨਿਰੰਕਾਰ ਦੀ ਆਰਾਧਨਾ ਕਰਨੀ ਹੈ। ਤੇ ਸਤਿਗੁਰੂ ਮਹਾਰਾਜ ਅੱਸੂ ਦੇ ਮਹੀਨੇ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਕਹਿੰਦੇ ਹੇ ਮਾਂ, ਜਿਹੜਾ ਅੱਸੂ ਦਾ ਮਹੀਨਾ ਹੈ, ਕਿਉਂਕਿ ਜਿਹੜਾ ਸਾਉਣ ਅਤੇ ਭਾਦੋ ਦੇ ਮਹੀਨੇ ਅੱਤ ਦੀ ਗਰਮੀ ਹੁੰਦੀ ਹੈ, ਜਦੋਂ ਅੱਸੂ ਦੇ ਮਹੀਨੇ ਦੀ ਆਰੰਭਤਾ ਹੁੰਦੀ ਹੈ, ਅੱਸੂ ਦੇ ਮਹੀਨੇ ਵਿੱਚ ਫਿਰ ਜਿਹੜੇ ਸੁਬਾਹ ਅਤੇ ਸ਼ਾਮ ਨੂੰ ਜਿਹੜੀ ਸਰਦੀ ਸ਼ੁਰੂ ਹੋ ਜਾਂਦੀ ਹੈ। ਦਿਨ ਵੇਲੇ ਗਰਮੀ ਰਹਿੰਦੀ, ਜੋ ਮੌਸਮ ਹੈ, ਦਿਨ ਵੇਲੇ ਗਰਮੀ ਰਹਿੰਦੀ ਹੈ ਅਤੇ ਸੁਬਾਹ ਅਤੇ ਸ਼ਾਮ ਦੀ ਜਿਹੜੀ ਸਰਦੀ ਸ਼ੁਰੂ ਹੋ ਜਾਂਦੀ ਹੈ। ਜਿਹੜੀ ਜਿਵੇਂ ਪ੍ਰਤੱਖ ਤੌਰ 'ਤੇ ਜਿਹੜੀ ਬਾਹਰੀ ਤਪਸ਼ ਭਾਦੋ ਦੇ ਮਹੀਨੇ 'ਚ ਪੈਂਦੀ ਸੀ, ਉਹ ਤੋਂ ਕੁਝ ਕੁ ਜੀਵ ਨੂੰ ਰਾਹਤ ਪ੍ਰਾਪਤ ਹੁੰਦੀ ਹੈ, ਸ਼ਾਂਤੀ ਮਿਲਦੀ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਮਨੁੱਖਾ ਜਨਮ ਰੂਪੀ ਅੱਸੂ ਦਾ ਮਹੀਨਾ ਹੈ। ਇਹਦੇ ਵਿੱਚ ਕਹਿੰਦੇ ਜੀਵ ਇਸਤਰੀ ਦੇ ਮਨ ਵਿੱਚ ਪ੍ਰੇਮ ਪੈਦਾ, ਉਮਾਹੜਾ ਉਤਸ਼ਾਹ ਪੈਦਾ ਹੋ ਗਿਆ ਪਰਮਾਤਮਾ ਨੂੰ ਮਿਲਣ ਦਾ, ਆਪਣੇ ਗੁਰੂ ਨੂੰ ਮਿਲਣ ਦਾ। ਅਤੇ ਗੁਰੂ ਨੂੰ ਮਿਲਣ ਦਾ, ਪਰਮੇਸ਼ਰ ਨੂੰ ਉਤਸ਼ਾਹ ਪੈਦਾ ਹੋਇਆ। ਅਤੇ ਹੁਣ ਜੀਵ ਇਸਤਰੀ ਇਹ ਕਹਿੰਦੀ ਹੈ ਕਿਉਂ ਮਿਲੀ ਹੈ ਹਰ ਜਾਏ। ਉਹ ਕਿਹੜਾ ਤਰੀਕਾ ਹੈ, ਕਿਹੜੀ ਜੁਗਤੀ ਹੈ, ਜਿਸ ਜੁਗਤੀ ਦੇ ਰਾਹੀਂ ਹਰੀ ਪਰਮਾਤਮਾ ਨੂੰ ਅਸੀਂ ਜਾ ਕੇ ਮਿਲ ਲਈਏ। ਭਾਵ ਸਾਡਾ ਹਰੀ ਪਰਮਾਤਮਾ ਦੇ ਨਾਲ, ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਵੇ। ਜਿਵੇਂ ਸਤਿਗੁਰੂ ਮਹਾਰਾਜ ਦੇ ਬਚਨ ਪੜ੍ਹਦੇ ਆਪਾਂ ਕਿ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਬੇਚਾਈ, ਦਰਸ਼ਨ ਹਰ ਦੇਖਣ ਕੈ ਤਾਈ। ਕੋਈ ਇਹੋ ਜਿਹਾ ਕਹਿੰਦੇ ਕੋਈ ਗੁਰਮੁਖ ਹੋਵੇ, ਪਿਆਰਾ ਹੋਵੇ, ਜਿਹੜਾ ਆਪ ਉਸ ਮਾਲਕ ਨਾਲ, ਵਾਹਿਗੁਰੂ ਨਾਲ ਮਿਲਿਆ ਹੋਵੇ, ਪ੍ਰਾਣਾਂ ਤੋਂ ਪਿਆਰੇ ਪ੍ਰੀਤਮ ਨਾਲ ਮਿਲਿਆ, ਅਤੇ ਮੈਨੂੰ ਵੀ ਮਿਲਾ ਦੇਵੇ, ਅਤੇ ਉਹਨੂੰ ਫਿਰ ਮੈਂ ਆਪਣਾ ਆਪ ਅਰਪਣ ਕਰ ਦਿਆਂਗੇ। ਅਤੇ ਇਹੀ ਬਚਨ ਇੱਥੇ ਕਿਉਂ ਮਿਲੀ ਹੈ ਹਰ ਜਾਏ। ਕਹਿੰਦੇ ਉਹ ਕਿਹੜੀ ਜੁਗਤੀ ਹੈ, ਕਿਹੜਾ ਤਰੀਕਾ ਹੈ, ਜਿਹਦੇ ਰਾਹੀਂ ਭਾਈ ਉਸ ਹਰੀ ਪਰਮਾਤਮਾ ਨੂੰ, ਜਿਹੜਾ ਪਤੀ ਪਰਮੇਸ਼ਰ ਹੈ, ਉਹਨੂੰ ਜਾ ਕੇ ਮਿਲਿਆ ਜਾ ਸਕੇ। ਅਤੇ ਪਾਤਸ਼ਾਹ ਕਹਿੰਦੇ ਨੇ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਹੇ ਮਾਂ, ਮੇਰੇ ਮਨ ਦੇ ਵਿੱਚ, ਮੇਰੇ ਤਨ ਦੇ ਵਿੱਚ ਪਿਆਸ ਲੱਗੀ ਹੋਈ ਹੈ। ਕਾਹਦੀ ਪਿਆਸ? ਪ੍ਰਭੂ ਦੇ ਦਰਸ਼ਨਾਂ ਦੀ। ਘਣੀ ਦਾ ਅਰਥ ਹੈ ਬਹੁਤੀ, ਬਹੁਤੀ ਪਿਆਸ ਲੱਗੀ ਹੋਈ ਹੈ। ਮੇਰਾ ਮਨ ਤੜਫ ਰਿਹਾ ਹੈ ਕਿ ਕਦੋਂ ਮੈਨੂੰ ਉਸ ਮਾਲਕ ਪ੍ਰਭੂ ਦੇ ਦਰਸ਼ਨ ਦੀਦਾਰੇ ਹੋ ਜਾਣ। ਕੋਈ ਇਹੋ ਜਿਹਾ ਗੁਰਮੁਖ ਪਿਆਰਾ ਹੋਵੇ, ਹੇ ਮਾਂ ਮੈਨੂੰ ਉਸ ਮਾਲਕ ਪ੍ਰਭੂ ਨਾਲ ਮਿਲਾ ਦੇਵੇ, ਮੈਨੂੰ ਉਸ ਮਾਲਕ ਪ੍ਰਭੂ ਦੇ ਦਰਸ਼ਨ ਦੀਦਾਰੇ ਹੋ ਜਾਣ। ਸਾਰੇ ਆਪਾਂ ਉਸ ਪ੍ਰਭੂ ਪਰਮਾਤਮਾ ਦੇ, ਗੁਰੂ ਸਾਹਿਬਾਨਾਂ ਦੇ ਦਰਸ਼ਨਾਂ ਨੂੰ ਲੋਚਦੇ ਹਾਂ, ਪਰ ਦਰਸ਼ਨ ਉਹਨਾਂ ਨੂੰ ਹੁੰਦੇ ਨੇ ਜਿਨ੍ਹਾਂ ਉੱਤੇ ਮਾਲਕ ਦੀ ਬਖਸ਼ਿਸ਼ ਹੋ ਜਾਂਦੀ ਹੈ, ਜਿਹਦੇ ਪੂਰਬਲੇ ਚੰਗੇ ਭਾਗ ਨੇ, ਕਰਮ ਨੇ। ਗੁਰਬਾਣੀ ਵਿੱਚ ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਅਤੇ ਸਤਿਗੁਰੂ ਕਹਿੰਦੇ ਨੇ ਦਰਸ਼ਨ ਕੋ ਲੋਚੈ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ। ਕਿ ਸਾਰੇ ਮਾਲਕ ਦੇ ਦਰਸ਼ਨ ਲੋਚਦੇ ਨੇ, ਪਰ ਪੂਰਬਲੇ ਚੰਗੇ ਕਰਮਾਂ ਕਰਕੇ ਹੀ ਉਸ ਮਾਲਕ ਪ੍ਰਭੂ ਦੇ ਦਰਸ਼ਨ ਦੀਦਾਰੇ ਹੁੰਦੇ ਨੇ। ਇਸੇ ਪ੍ਰਕਾਰ ਹੀ ਪੰਜਵੇਂ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛੋ, ਮਾਝ ਰਾਗ ਦੇ ਵਿੱਚ ਸਤਿਗੁਰੂ ਮਹਾਰਾਜ ਬਚਨ ਕਰਦੇ ਹਨ, ਤੜਫ ਬਿਆਨ ਕਰਦੇ ਨੇ, ਕਿਹੋ ਜਿਹੀ ਤੜਫ ਹਿਰਦੇ ਦੇ ਅੰਦਰ ਹੈ, ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋਈ ਹੈ, ਉਹ ਬਿਆਨ ਕਰ ਰਹੇ ਨੇ। ਸਤਿਗੁਰੂ ਬਚਨ ਕਰਦੇ ਹਨ ਕਿ ਮੇਰਾ ਮਨ ਲੋਚੈ
ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰਿਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਪੰਥ ਪਿਆਰੇ ਜੀਓ। ਹੋਂ ਘੋਲੀ ਜਿਉ ਘੋਲ ਘੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ। ਤੇ ਸਤਿਗੁਰੂ ਮਹਾਰਾਜ ਨੇ ਚਾਤਰਿਕ ਬਵੀਹੇ ਪੰਛੀ ਦੀ ਉਦਾਹਰਨ ਦੇ ਕੇ ਸਮਝਾਣਾ ਕੀਤਾ। ਕਿਵੇਂ ਜਿਵੇਂ ਬਵੀਹਾ ਪੰਛੀ ਵਿਲਾਪ ਕਰਦਾ ਸਵੰਤੀ ਬੂੰਦ ਦੇ ਲਈ, ਉਹਦੇ ਅੰਦਰ ਤੜਫ ਹੈ ਕਿ ਮੈਨੂੰ ਸਵੰਤੀ ਬੂੰਦ ਮਿਲ ਜਾਵੇ, ਮੇਰੀ ਉਹਦੀ ਪਿਆਸ ਉਦੋਂ ਬੁਝਣੀ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਮੇਰੇ ਮਨ ਦੇ ਵਿੱਚ ਵੀ ਇਹੋ ਜਿਹੀ ਤੜਫ ਪੈਦਾ ਹੋਈ ਹੈ, ਇਹੋ ਜਿਹੀ ਤਾਂਘ ਪੈਦਾ ਹੋਈ ਹੈ, ਤਾਂ ਕਿ ਮੈਨੂੰ ਮੇਰੇ ਪ੍ਰਭੂ ਦੇ ਪਰਮੇਸ਼ਰ ਦੇ ਦਰਸ਼ਨ ਦੀਦਾਰੇ ਹੋ ਜਾਣ। 4 ਪ੍ਰਕਾਰ ਦੇ ਦਰਸ਼ਨਾਂ ਦੀ ਗੱਲ ਵਿਦਵਾਨਾਂ ਨੇ ਕੀਤੀ ਹੈ। ਪਹਿਲੇ ਦਰਸ਼ਨ ਹੁੰਦੇ ਨੇ ਚਿੱਤਰ ਦਰਸ਼ਨ। ਘਰਾਂ ਦੇ ਵਿੱਚ ਤਸਵੀਰਾਂ ਲੱਗੀਆਂ ਹੋਈਆਂ ਨੇ ਗੁਰੂ ਸਾਹਿਬਾਨਾਂ ਦੀਆਂ, ਹਾਲਾਂਕਿ ਉਹ ਮਨੋਕਲਪਨਿਕ ਹਨ, ਅਸਲ ਨਹੀਂ ਹਨ। ਅਸਲ ਤਸਵੀਰ ਗੁਰੂ ਸਾਹਿਬਾਨ ਦੀ ਬਣ ਨਹੀਂ ਸਕਦੀ ਹੈ। ਜਿਹਨੇ ਸਤਿਗੁਰ ਦੇ ਦਰਸ਼ਨ ਦੀਦਾਰੇ ਕੀਤੇ ਉਹੀ ਤਸਵੀਰ ਬਣਾ ਸਕਦਾ ਹੈ। ਤੇ ਉਹ ਚਿੱਤਰ ਦਰਸ਼ਨ ਜਿਹੜਾ ਜਦੋਂ ਆਪਾਂ ਸਿਮਰਨ ਕਰਦੇ ਹਾਂ, ਭਜਨ ਬੰਦਗੀ ਕਰਦੇ ਹਾਂ, ਮਨ ਗੁਰੂ ਨਾਨਕ ਪਾਤਸ਼ਾਹ ਧਿਆਨ ਧਾਰਨ ਕੀਤਾ ਤੇ ਸਤਿਗੁਰੂ ਨੇ ਸਾਨੂੰ ਸ਼ਬਦ ਨਾਲ ਜੋੜਿਆ ਹੈ, ਤੇ ਆਪਾਂ ਫਿਰ ਸਰੀਰਾਂ ਨਾਲ ਜੁੜੇ ਹੋਏ ਹਾਂ। ਸ਼ਬਦ ਦਾ ਧਿਆਨ ਨਹੀਂ ਧਾਰਨ ਕਰਦੇ, ਸਰੀਰਾਂ ਦਾ ਧਿਆਨ ਤਾਂ ਆਪਾਂ ਧਾਰਨ ਕਰਦੇ ਹਾਂ। ਤੇ ਮਨ ਨੂੰ ਜਿਹੋ ਜਿਹਾ ਸਰੂਪ ਆਪਣੇ ਮਨ 'ਚ ਉਲੀਕ ਲਿਆ ਤੇ ਗੁਰੂ ਪਾਤਸ਼ਾਹ ਦੀ ਆਰਾਧਨਾ ਸ਼ੁਰੂ ਕਰ ਦਿੱਤੀ। ਗੁਰੂ ਗੁਰੂ ਜਪਦੇ ਰਹੇ, ਵਾਹਿਗੁਰੂ ਵਾਹਿਗੁਰੂ ਵਾਰ-ਵਾਰ ਅਭਿਆਸ ਕਰਦੇ ਰਹੇ। ਅਭਿਆਸ ਕਰਦਿਆਂ ਫਿਰ ਕਈ ਵਾਰੀ ਐਸਾ ਹੁੰਦਾ ਕਿ ਝਲਕ ਪੈਂਦੀ ਹੈ ਜੀਵ ਨੂੰ, ਉਹ ਚਿੱਤਰ ਦੇ ਦੀਦਾਰ ਹੋ ਜਾਣ, ਦਰਸ਼ਨ ਹੋ ਜਾਂਦੇ ਨੇ। ਉਹਨੂੰ ਕਹਿੰਦੇ ਨੇ ਚਿੱਤਰ ਦਰਸ਼ਨ। ਦੂਜਾ ਹੈ ਸੁਪਨ ਦਰਸ਼ਨ। ਸੁਪਨੇ ਦੇ ਵਿੱਚ ਪਿਆਰੇ ਦੇ ਦੀਦਾਰ ਹੋ ਜਾਣ। ਕਿਉਂਕਿ ਕੁਦਰਤੀ ਤੌਰ 'ਤੇ ਆਪਾਂ ਜਿਸ ਤਰੀਕੇ ਨਾਲ ਸੌਣ ਵੇਲੇ ਆਪਾਂ ਜਿਹਨੂੰ ਆਪਾਂ ਚੇਤੇ ਕਰਾਂਗੇ ਉਹੋ ਜਿਹੇ ਸਾਨੂੰ ਅੱਗੇ ਸੁਪਨੇ ਆਉਂਦੇ ਨੇ। ਜੇ ਆਪਾਂ ਮੰਦੇ ਕਰਮ ਸੋਚੀਏ ਤਾਂ ਮੰਦੇ ਹੀ ਸਾਨੂੰ ਸੁਪਨੇ ਆਉਣਗੇ। ਜੇ ਆਪਾਂ ਸੌਣ ਵੇਲੇ ਪਰਮਾਤਮਾ ਨੂੰ ਚੇਤੇ ਕਰੀਏ, ਗੁਰੂ ਨੂੰ ਚੇਤੇ ਕਰੀਏ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀਏ, ਮੂਲ ਮੰਤਰ ਦਾ ਅਭਿਆਸ ਕਰੀਏ, ਇੰਜ ਅਭਿਆਸ ਕਰਦਿਆਂ ਹੋਇਆਂ ਬਾਣੀ ਪੜ੍ਹਦਿਆਂ ਆਪਾਂ ਸੋ ਜਾਈਏ ਤੇ ਸੱਚ ਜਾਣਿਓ ਫਿਰ ਸੁਪਨੇ ਦੇ ਵਿੱਚ ਵੀ ਸਾਨੂੰ ਉਹੋ ਜਿਹੀ ਅਵਸਥਾ ਬਣੀ ਰਹੇਗੀ। ਫਿਰ ਸੁਪਨੇ ਦੇ ਵਿੱਚ ਸਾਨੂੰ ਉਹ ਗੁਰਮੰਤਰ ਭੁੱਲੇਗਾ ਨਹੀਂ, ਮੂਲ ਮੰਤਰ ਭੁੱਲੇਗਾ ਨਹੀਂ। ਤੇ ਉਹਦੇ ਬਾਅਦ ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਨੇ, ਕਬੀਰ ਸੁਪਨੈ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ ਤਾਕੇ ਪਗ ਕੀ ਪਾਨਹੀ ਮੇਰੋ ਤਨ ਕੋ ਚਾਮ। ਜਿਹਨੇ ਕਹਿੰਦੇ ਸੁਪਨੇ ਸੁੱਤਿਆਂ ਹੋਇਆਂ ਮੁਖੋਂ ਰਾਮ ਆਖ ਦਿੱਤਾ, ਵਾਹਿਗੁਰੂ ਆਖ ਦਿੱਤਾ। ਤੇ ਭਗਤ ਜੀ ਕਹਿੰਦੇ ਨੇ ਉਹਦੇ ਲਈ ਮੈਂ ਆਪਣੇ ਤਨ ਦੀ ਜੁੱਤੀ ਬਣਾ ਕੇ, ਜੋੜਾ ਬਣਾ ਕੇ ਉਹਨੂੰ ਪਹਿਨਣ ਲਈ ਦੇਵਾਂਗਾ। ਕਿੰਨੀ ਨਿਮਰਤਾ ਹੈ। ਇਹ ਹੈ ਸੁਪਨ ਦਰਸ਼ਨ। ਸੁੱਤਿਆਂ ਪਿਆਂ ਨੂੰ ਪ੍ਰਭੂ ਦੇ ਦੀਦਾਰ ਹੋ ਜਾਣੇ, ਦਰਸ਼ਨ ਹੋ ਜਾਣੇ, ਉਹਨੂੰ ਸੁਪਨ ਦਰਸ਼ਨ ਕਹਿੰਦੇ ਨੇ। ਤੀਜਾ ਹੈ ਸ਼ਰਵਣ ਦਰਸ਼ਨ। ਸ਼ਰਵਣ ਦਰਸ਼ਨ ਕੰਨਾਂ ਦੇ ਨਾਲ ਆਪਣੇ ਗੁਰੂ ਦਾ ਜਸ ਸੁਣਨਾ, ਵਡਿਆਈ ਸੁਣਨੀ, ਪਰਮੇਸ਼ਰ ਦੀ ਉਸਤਤ ਸੁਣਨੀ। ਜਿਵੇਂ ਆਪਾਂ ਗੁਰੂ ਸਾਹਿਬਾਨ ਦਾ ਜੀਵਨ ਪੜ੍ਹਦੇ ਹਾਂ, 6ਵੇਂ ਪਾਤਸ਼ਾਹ ਦਾ ਜੀਵਨ ਪੜ੍ਹ ਰਹੇ ਹਾਂ, ਤੇ ਜਿਉਂ-ਜਿਉਂ ਕਵੀ ਨੇ ਸਤਿਗੁਰੂ ਮਹਾਰਾਜ ਸਰੂਪ ਵਰਣਨ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਡ ਯੋਧਾ ਪਰਉਪਕਾਰੀ ਹਨ, ਵੱਡੇ ਯੋਧੇ ਹਨ, ਵੱਡਾ ਸਤਿਗੁਰ ਸਰੀਰ, ਲੰਮੀਆਂ ਲੰਮੀਆਂ ਭੁਜਾਂ ਹਨ, ਚੌੜਾ ਮੱਥਾ ਸਤਿਗੁਰੂ ਜੀ ਦਾ। ਇਸ ਤਰ੍ਹਾਂ ਵੱਡੇ ਵੱਡੇ ਸਤਿਗੁਰ ਦੇ ਡੋਲੇ ਹਨ। ਜਿਉਂ-ਜਿਉਂ ਗੁਰੂ ਸਾਹਿਬਾਨ ਦੇ ਇਕੱਲੇ ਇਕੱਲੇ ਅੰਗ ਦਾ ਕਵੀ ਵਰਣਨ ਕਰਦਾ, ਜਿਹੜੇ ਸਰੋਤੇ ਜਨ ਹੁੰਦੇ ਨੇ ਨਾ, ਉਹ ਕੰਨਾਂ ਦੇ ਨਾਲ ਬੜੇ ਧਿਆਨ ਨਾਲ ਸੁਣਦੇ ਨੇ। ਤੇ ਧਿਆਨ ਨਾਲ ਸੁਣਨ ਦੇ ਨਾਲ ਫਿਰ ਉਹੋ ਜਿਹੀ ਤਸਵੀਰ, ਉਹੋ ਜਿਹਾ ਗੁਰੂ ਸਵਾਰਿਓ ਸਾਹਮਣੇ ਜਿਹੜੀ ਤਸਵੀਰ ਹੈ ਸਤਿਗੁਰੂ ਮਹਾਰਾਜ ਦੀ ਬਣ ਜਾਂਦੀ ਹੈ।
ਫਿਰ ਕੰਨਾਂ ਨਾਲ ਸੁਣਨ ਦੇ ਨਾਲ ਪ੍ਰਤੱਖ ਤੌਰ 'ਤੇ ਸ਼ਰਵਣ ਦਾ ਇਸ ਤਰ੍ਹਾਂ ਪ੍ਰਭੂ ਦੇ ਦੀਦਾਰ ਹੋਣ ਲੱਗ ਪੈਂਦੇ ਨੇ। ਉਹਦੇ ਅੱਗੇ ਸਾਹਮਣੇ ਤਸਵੀਰ ਆ ਜਾਂਦੀ ਹੈ। ਜਿਵੇਂ ਆਪਾਂ ਸਤਿਗੁਰੂ ਮਹਾਰਾਜ ਜੀਵਨ ਕੋਈ ਵੀ ਆਪਾਂ ਸਾਖੀ ਪੜ੍ਹ ਲਈਏ ਜੀਵਨ ਕਾਲ ਵਿੱਚੋਂ ਕਿਸੇ ਪ੍ਰਕਾਰ ਦੀ ਵੀ, ਕਿ ਜਦੋਂ ਆਪਾਂ ਸਤਿਗੁਰੂ ਦੇ ਕੋਈ ਜੀਵਨ ਦੀ ਘਟਨਾ ਸਾਂਝੀ ਕਰੀਏ ਕਿ ਸਤਿਗੁਰੂ ਮਹਾਰਾਜ ਜੀ ਨੇ ਫਲਾਣੇ ਸਿੱਖ ਨੂੰ ਤਾਰਨਾ ਕੀਤਾ, ਸਿੱਖ ਉੱਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਅਤੇ ਉਦੋਂ ਜਿਹੜੇ ਸੁਣਨ ਵਾਲੇ ਸਰੋਤੇ ਹੁੰਦੇ ਨੇ ਨਾ, ਉਹਨਾਂ ਦੇ ਸਨਮੁਖ ਉਹ ਤਸਵੀਰ ਬਣ ਜਾਂਦੀ ਹੈ ਕਿ ਸਾਹਮਣੇ ਗੁਰੂ ਸਾਹਿਬਾਨ ਜੀ ਬੈਠੇ ਹੋਏ ਨੇ ਅਤੇ ਗੁਰੂ ਸਾਹਿਬਾਨ ਜੀ ਆਪਣੇ ਸਿੱਖ ਉੱਤੇ ਬਖਸ਼ਿਸ਼ ਕਰ ਰਹੇ ਨੇ। ਉਹ ਪ੍ਰਤੱਖ ਤੌਰ 'ਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ। ਇਹਨੂੰ ਕਹਿੰਦੇ ਨੇ ਸ਼ਰਵਣ ਦਰਸ਼ਨ। ਪਰਮੇਸ਼ਰ ਦਾ ਗੁਰੂ ਦਾ ਜਸ ਸੁਣਿਆ ਅਤੇ ਜਸ ਸੁਣ ਕੇ ਅਤੇ ਸਾਹਮਣੇ ਤਸਵੀਰ ਬਣ ਗਈ। ਉਹ ਤਸਵੀਰ ਸਾਹਮਣੇ ਆ ਗਈ, ਉਹ ਜਿਹੜਾ ਸੀਨ ਹੈ ਸਾਹਮਣੇ ਪੇਸ਼ ਹੋ ਗਿਆ। ਅਤੇ ਇਹ ਸ਼ਰਵਣ ਭਗਤੀ ਵੀ ਕਹਿੰਦੇ, ਸ਼ਰਵਣ ਦਰਸ਼ਨ। ਅਤੇ ਚੌਥੇ ਨੇ ਪ੍ਰਤੱਖ ਦਰਸ਼ਨ। ਬਹੁਤ ਤਾਦਾਦ ਦੇ ਵਿੱਚ ਰੱਬ ਦੇ ਪਿਆਰੇ ਭਗਤ ਜਨਾਂ ਨੂੰ, ਸੰਤਾਂ ਗੁਰਮੁਖਾਂ ਨੂੰ, ਮਹਾਂਪੁਰਖਾਂ ਨੂੰ ਪ੍ਰਤੱਖ ਤੌਰ 'ਤੇ ਪ੍ਰਭੂ ਪਰਮਾਤਮਾ ਦੇ ਦੀਦਾਰ ਹੋਏ ਨੇ। ਜਿਨ੍ਹਾਂ ਨੇ ਮਾਲਕ ਦੀ ਆਰਾਧਨਾ ਕੀਤੀ, ਉਹ ਆਰਾਧਨਾ ਕਰਦੇ ਇਸ ਤਰ੍ਹਾਂ ਅਭੇਦ ਹੋ ਗਏ ਮਾਲਕ ਦੇ ਰੰਗ ਵਿੱਚ, ਪ੍ਰੇਮ ਦੇ ਵਿੱਚ। ਉਹਨਾਂ ਨੇ ਫਿਰ ਪ੍ਰਤੱਖ ਤੌਰ 'ਤੇ ਮਾਲਕ ਦੇ ਦਰਸ਼ਨ ਦਰ ਕੀਤੇ ਨੇ। ਜਿਵੇਂ ਭਗਤ ਧੰਨੇ ਜੀ ਦੇ ਬਾਤ ਗਾਥਾ ਪ੍ਰਸਿੱਧ ਹੈ, ਕਹਿੰਦੇ ਇਹ ਬਿਦ ਸੁਣ ਕੈ ਜਾਟਰੋ ਉਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਅਤੇ ਇਸੇ ਤਰ੍ਹਾਂ ਸੈਣ ਨਾਈ ਬੁੱਤਕਾਰੀ ਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਰਬਦਾਸ ਢਵੰਤਾ ਢੋਰ ਨਿਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਹਨਾਂ ਸਾਰਿਆਂ ਦੀ ਘਟਨਾ ਸਤਿਗੁਰੂ ਜੀ ਨੇ ਵਰਣਨ ਕੀਤੀ ਕਿ ਨਾਮ ਦੇ ਜਿਹਨੇ ਪ੍ਰਾਪਤ ਕਰ ਲਿਆ। ਉਹਨੇ ਜਿਹੜਾ ਅੱਧੀ ਕੋਟੀ ਦਾ ਸ਼ੀਂਬਾ ਸੀ, ਜਿਹਨੂੰ ਨੀਵੀਂ ਜਾਤ ਕਰਕੇ ਦੁਕਾਰਿਆ ਜਾਂਦਾ ਸੀ, ਉਹਨੇ ਗੋਬਿੰਦ ਗੋਬਿੰਦ ਜਪਣਾ ਕੀਤਾ, ਪਰਮੇਸ਼ਰ ਦਾ ਨਾਮ ਜਪਿਆ ਅਤੇ ਪਰਮੇਸ਼ਰ ਨੂੰ ਪ੍ਰਤੱਖ ਤੌਰ 'ਤੇ ਪ੍ਰਾਪਤ ਕਰ ਲਿਆ। ਅਤੇ ਇਸੇ ਤਰ੍ਹਾਂ ਕਬੀਰ ਸਾਹਿਬਾਨ ਜਿਹੜੇ ਨੀਚ ਕੁੱਲ ਵਿੱਚ ਹੋਏ ਸਨ, ਕਿਉਂਕਿ ਉਸ ਸਮੇਂ ਹਾਲਾਤ ਦੇ ਵੰਨੂ ਸਿਮਰਤੀ ਮੁਤਾਬਕ ਜਿਹੜੀਆਂ ਇਹ ਨੀਵੀਂ ਜਾਤਾਂ ਵਾਲੇ ਸਾਰੇ ਭਗਤ ਸਾਹਿਬਾਨ, ਚਾਹੇ ਕਬੀਰ ਜੀ ਹੋਏ, ਰਵਿਦਾਸ ਜੀ ਹੋਏ ਨੇ, ਨਾਮਦੇਵ ਸਾਹਿਬਾਨ ਜੀ ਹੋਏ ਨੇ, ਇਹਨਾਂ ਨੂੰ ਬਣਦਾ ਸਤਿਕਾਰ ਦੁਨੀਆ ਦੇ ਲੋਕਾਂ ਨੇ ਨਹੀਂ ਦੇਣਾ ਕੀਤਾ, ਪਾਂਡਿਆਂ ਨੇ ਦੇਣਾ ਨਹੀਂ ਕੀਤਾ। ਜਦੋਂ ਗੁਰੂ ਸਾਹਿਬਾਨ ਦੇ ਸਮਾਂ ਆਇਆ ਅਤੇ ਸਤਿਗੁਰ ਨੇ ਇਹਨਾਂ ਦੀ ਬਾਣੀ ਨੂੰ ਪੜ੍ਹਿਆ, ਇਹਨਾਂ ਦੀ ਵਿਚਾਰ ਸੁਣੀ। ਜਦੋਂ ਵਿਚਾਰ ਦੇਖੀ ਪਾਛੇ ਗੁਰਮਤਿ ਦੇ ਅਨੁਕੂਲ ਹੈ, ਅਤੇ ਗੁਰੂ ਸਾਹਿਬਾਨ ਨੇ ਇੰਨਾ ਸਤਿਕਾਰ ਦੇਣਾ ਕੀਤਾ ਅਤੇ ਸਤਿਗੁਰੂ ਕਹਿੰਦੇ ਜਿੱਥੇ ਅਸੀਂ ਬੈਠਾਂਗੇ ਤੁਹਾਨੂੰ ਬਰੋਬਰ ਬਿਠਾਵਾਂਗੇ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੇ ਗੁਰੂ ਨਾਨਕ ਦੀ ਬਾਣੀ ਹੈ, ਗੁਰੂ ਅੰਗਦ ਸਾਹਿਬ ਮਹਾਰਾਜ ਦੀ ਬਾਣੀ ਹੈ, 6 ਗੁਰੂ ਸਾਹਿਬਾਨ ਦੀ ਬਾਣੀ ਹੈ ਨਾ, ਉਹਨਾਂ ਨੀਵੀਂ ਜਾਤਾਂ ਵਾਲੇ ਭਗਤ ਸਾਹਿਬਾਨਾਂ ਦੀ ਬਾਣੀ ਉੱਚ ਕੋਟੀ ਦੇ ਜਿਹੜੀਆਂ ਜਾਤਾਂ ਸਨ ਉੱਚੀਆਂ, ਜਾਂ ਉਹਨਾਂ ਦੀ ਵੀ ਬਾਣੀ ਹੈ ਅਤੇ ਨੀਵੀਂ ਜਾਤਾਂ ਵਾਲਿਆਂ ਦੀ ਬਾਣੀ ਹੈ। ਜਿੱਥੇ ਸਤਿਗੁਰੂ ਆਪ ਬੈਠੇ ਨੇ ਅਤੇ ਉੱਥੇ ਨਾਲ ਉਹਨਾਂ ਨੂੰ ਵੀ ਗੁਰੂ ਸਾਹਿਬ ਨਾਲ ਬਿਠਾਣਾ ਕੀਤਾ। ਸੋ ਸਤਿਗੁਰੂ ਜੀ ਇਹ ਬਚਨ ਕਰਦੇ ਨੇ ਭਗਤਨ ਦਾ, ਕਹਿੰਦੇ ਨੇ ਫਿਰ ਕਹਿੰਦੇ ਇਸ ਤਰ੍ਹਾਂ ਨਾਮਦੇਵ ਜੀ ਨੇ ਪਰਮੇਸ਼ਰ ਨੂੰ ਕਬੀਰ ਨੇ ਪ੍ਰਾਪਤ ਕੀਤਾ, ਅਤੇ ਰਵਿਦਾਸ ਜੀ ਜਿਹੜਾ ਮਾਇਆ ਦੇ ਤਿਆਗੀ ਬਣੇ, ਉਹਨਾਂ ਨੇ ਕਹਿੰਦੇ ਪ੍ਰਾਪਤ ਕਰ ਲਿਆ। ਸੈਣ ਨਾਈ ਜਿਹੜਾ ਸੀ, ਨਾਈ ਜਾਤੀ ਨਾਲ ਸੰਬੰਧਿਤ, ਜਿਹੜਾ ਰਾਜੇ ਦੀ ਜਾਂ ਜਾ ਕੇ ਮੁੱਠੀ ਚਾਪੀ ਕਰਦਾ ਸੀ, ਉਹ ਸੈਣ ਨਾਈ ਨੂੰ ਪ੍ਰਤੱਖ ਤੌਰ 'ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਅਤੇ ਭਗਤ ਧੰਨਾ ਜੀ ਕਹਿੰਦੇ ਨੇ ਜਦੋਂ ਇਸ ਤਰ੍ਹਾਂ ਸੁਣਿਆ, ਇਹਨਾਂ ਸਾਰਿਆਂ ਨੇ ਪਰਮਾਤਮਾ ਨੂੰ ਪ੍ਰਾਪਤ ਕਰਕੇ ਮੈਨੂੰ ਕਿਉਂ ਨਹੀਂ ਦਰਸ਼ਨ ਦਿਦਾਰੇ ਹੋ ਸਕਦੇ ਨੇ, ਮੈਂ ਕਿਉਂ ਨਹੀਂ ਪ੍ਰਾਪਤ ਕਰ ਸਕਦਾ। ਕਹਿੰਦੇ ਉਸ ਸਮੇਂ ਕੀ ਕੀਤਾ, ਕਹਿੰਦੇ ਇਸ ਪ੍ਰਕਾਰ ਇਹ ਬਿਦ ਸੁਣ ਕੈ ਜਾਟਰੋ ਉਠ ਭਗਤੀ ਲਾਗਾ,
ਮਿਲੈ ਪ੍ਰਤੱਖ ਗੁਸਾਈਆਂ ਧੰਨਾ ਬੜ ਭਾਗਾ। ਕਿ ਧੰਨੇ ਨੂੰ ਪ੍ਰਤੱਖ ਤੌਰ ਤੇ ਉਸ ਮਾਲਕ ਪ੍ਰਭੂ ਦੇ ਦਰਸ਼ਨ ਦੀਦਾਰੇ ਹੋ ਗਏ, ਪਰਮਾਤਮਾ ਨੂੰ ਪ੍ਰਾਪਤ ਕਰਕੇ ਇੱਕਮਿਕ ਹੋ ਗਿਆ। ਇਹ ਹੈ ਪ੍ਰਤੱਖ ਦਰਸ਼ਨ। ਜਿਵੇਂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਜੀ ਨੇ ਬਚਨ ਕੀਤੇ ਹਨ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਖੁਦ ਇਹਨਾਂ ਭਗਤ ਸਾਹਿਬਾਨਾਂ ਦੀ ਸਿਫਤ ਵਡਿਆਈ ਕਰਨੀ ਪਈ। ਭਗਤ ਕਬੀਰ ਸਾਹਿਬਾਨ ਜੀ, ਭਗਤ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਕਿ ਨਾਮਾ ਸ਼ੀਂਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ, ਹੋਮੈ ਜਾਤ ਗਵਾਈ, ਸੁਰ ਨਰ ਤਿਨ ਕੀ ਬਾਣੀ ਗਾਵੈ, ਕੋਈ ਨ ਮਿਟੈ ਭਾਈ। ਕਹਿੰਦੇ ਦੇਖੋ ਇਹ ਨੀਵੀਆਂ ਜਾਤਾਂ ਵਾਲੇ ਨਾਮ ਦੇ ਸਹਿਬਾਨ ਜਿਹੜੇ ਸ਼ਿੰਬਾ ਜਾਤੀ ਨਾਲ ਸਨ, ਕਬੀਰ ਜੁਲਾਹਾ ਜੀ ਜਿਹੜੇ ਜੁਲਾਹਾ ਜਾਤੀ ਨਾਲ ਸੰਬੰਧਿਤ ਸਨ, ਇਹ ਪੂਰੇ ਗੁਰੂ ਦੇ ਲੜ ਲੱਗੇ, ਪੂਰੇ ਗੁਰੂ ਦੇ ਲੜ ਲੱਗ ਕੇ ਪੂਰੇ ਗੁਰੂ ਪਾਸੋਂ ਇਹਨਾਂ ਨੇ ਨਾਮ ਦੀ ਦਾਤ ਲਈ ਅਤੇ ਨਾਮ ਦਾ ਅਭਿਆਸ ਕੀਤਾ, ਬੰਦਗੀ ਕੀਤੀ। ਬੰਦਗੀ ਕਰਨਾ ਹੋਇਆ ਕੀ ਹੈ ਕਿ ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ, ਬ੍ਰਹਮ ਦੇ ਗਿਆਤਾ ਬਣ ਗਏ, ਬ੍ਰਹਮ ਵਿੱਚ ਇੱਕਮਿਕ ਹੋ ਗਏ, ਉਸ ਨਿਰੰਕਾਰ ਨੂੰ ਪ੍ਰਾਪਤ ਕਰ ਲਿਆ। ਅਤੇ ਪਾਤਸ਼ਾਹ ਕਹਿੰਦੇ ਅੱਜ ਮਹਿਮਾ ਵਡਿਆਈ ਇੰਨੀ ਹੋ ਗਈ ਕਿ ਉਦੋਂ ਸਮਾਂ ਸੀ ਮੰਦਰਾਂ ਵਿੱਚੋਂ ਦੇਹਰਿਆਂ ਵਿੱਚ ਧੱਕੇ ਮਾਰ ਕੇ ਉਹਨੂੰ ਕੱਢਿਆ ਜਾਂਦਾ ਸੀ। ਅੱਜ ਕਹਿੰਦੇ ਘਰ ਘਰ ਵਿੱਚ ਇਹਨਾਂ ਦੀ ਸਿਫਤ ਸਲਾਹ ਹੋ ਰਹੀ ਹੈ ਕਿ ਸੁਰ ਨਰ ਤਿਨ ਕੀ ਬਾਣੀ ਗਾਵੈ, ਕੋਈ ਨਾ ਮਿਟੈ ਭਾਈ। ਉਹਨਾਂ ਦੀ ਮਹਿਮਾ ਹੋ ਰਹੀ ਹੈ, ਵਡਿਆਈ ਹੋ ਰਹੀ ਹੈ। ਕਾਰਨ ਕੀ ਕਿ ਉਹਨਾਂ ਨੇ ਬੰਦਗੀ ਕੀਤੀ ਹੈ ਸੰਸਾਰ ਵਿੱਚ ਆ ਕੇ, ਉਹਨਾਂ ਦਾ ਜਸ ਸਾਰੇ ਹੀ ਕਰ ਰਹੇ ਹਨ। ਇਸ ਕਰਕੇ ਇਹ ਹੈ ਗੁਰੂ ਸਾਹਿਬ ਜਿਹੜੇ ਰੱਬ ਦੇ ਪਿਆਰੇ ਭਜਨੀਕ ਪੁਰਸ਼ ਹੁੰਦੇ ਨੇ ਨਾ, ਬੰਦਗੀ ਕਰਨ ਵਾਲੇ, ਜਦੋਂ ਉਹਨਾਂ ਦੇ ਮਨ 'ਚ ਪਰਮੇਸ਼ਰ ਦੀ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਫਿਰ ਸਾਸ ਗਰਾਸ ਦੁਆਰਾ ਉਸ ਮਾਲਕ ਪ੍ਰਭੂ ਨੂੰ ਚੇਤੇ ਕਰਦੇ ਨੇ ਅਤੇ ਮਾਲਕ ਪ੍ਰਭੂ ਜੀ ਫਿਰ ਆਪ ਪ੍ਰਤੱਖ ਤੌਰ 'ਤੇ ਉਹਨਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦੇ ਹਨ। ਅਤੇ ਇਹ ਬਚਨ ਸਤਿਗੁਰੂ ਮਹਾਰਾਜ ਇੱਥੇ ਕਰ ਰਹੇ ਨੇ, ਕਹਿੰਦੇ ਮਨ ਤਨ ਪਿਆਸ ਦਰਸ਼ਨ ਘਣੀ, ਮੇਰੇ ਮਨ ਵਿੱਚ ਤਨ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਘਣੀ ਬਹੁਤੀ ਪਿਆਸ ਲੱਗੀ ਹੋਈ ਹੈ। ਕੋਈ ਆਣ ਮਿਲਾਵੇ ਹੇ ਮਾਂ, ਕੋਈ ਇਹੋ ਜਿਹਾ ਗੁਰਮੁਖ ਪਿਆਰਾ ਹੋਵੇ ਜਿਹੜਾ ਮੈਨੂੰ ਉਸ ਪ੍ਰਭੂ ਨਾਲ, ਪਰਮੇਸ਼ਰ ਨਾਲ ਮਿਲਾ ਦੇਵੇ, ਮੈਨੂੰ ਪ੍ਰਭੂ ਦੇ ਦੀਦਾਰ ਹੋ ਜਾਣ। ਗੁਰਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਪੜ੍ਹਦੇ ਹਾਂ, ਸਤਿਗੁਰੂ ਜੀ ਬਚਨ ਕਰਦੇ ਹਨ, ਕਹਿੰਦੇ ਨੇ ਦੀਦ ਨੇ ਦੀਦਾਰ ਸਾਹਿਬ, ਕਛ ਨਹੀਂ ਇਸਕਾ ਮੋਲ, ਪਾਕ ਪਰਬਦਗਾਰ ਤੂੰ, ਖੁਦ ਖਸਮ ਵੱਡਾ ਅਤੋਲ, ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਠੇਕ। ਦੀਦ ਨੇ ਕਿਹਨੂੰ ਕਹਿੰਦੇ ਨੇ? ਨੇਤਰਾਂ ਨੂੰ। ਦੀਦ ਨੇ ਦੀਦਾਰ ਦਾ ਅਰਥ ਹੈ ਦਰਸ਼ਨ। ਜਿਨ੍ਹਾਂ ਦੀਦਨਿਆਂ ਦੇ ਰਾਹੀਂ, ਨੇਤਰਾਂ ਦੇ ਰਾਹੀਂ ਕਹਿੰਦੇ ਦੀਦਾਰ ਸਾਹਿਬ ਦੇ ਦੀਦਾਰ ਕਰ ਲਏ, ਦਰਸ਼ਨ ਕਰ ਲਏ, ਕਹਿੰਦੇ ਫਿਰ ਕਛ ਨਹੀਂ ਇਸਕਾ ਮੁੱਲ, ਉਹਨਾਂ ਨੇਤਰਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹਦਾ ਮੁੱਲ ਨਹੀਂ ਹੈ, ਕਿਉਂਕਿ ਉਹਨੇ ਉਸ ਪਾਕ ਪਰਬਦਗਾਰ ਤੋਂ ਖੁਦ ਖਸਮ ਵੱਡਾ, ਅਤੇ ਜਿਹੜਾ ਪਾਕ ਹੈ, ਪਵਿੱਤਰ ਹੈ, ਸਾਰਿਆਂ ਦੀ ਸੰਭਾਲ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਜਿਹੜਾ ਸਾਰਿਆਂ ਦਾ ਮਾਲਕ ਹੈ। ਐਸੇ ਮਾਲਕ ਪ੍ਰਭੂ ਨੂੰ ਇਹਨਾਂ ਦੀਦਨਿਆਂ ਦੇ ਰਾਹੀਂ, ਇਹਨਾਂ ਨੇਤਰਾਂ ਦੇ ਰਾਹੀਂ ਗੁਰੂ ਸਾਹਿਬ ਉਹਦੇ ਦੀਦਾਰ ਕਰ ਲਏ, ਉਸ ਮਾਲਕ ਨੂੰ ਪ੍ਰਾਪਤ ਕਰ ਲਿਆ। ਅਤੇ ਇਹੀ ਬਚਨ ਸਤਿਗੁਰੂ ਕਹਿੰਦੇ ਨੇ, ਕੋਈ ਆਣ ਮਿਲਾਵੇ ਮੇਰੇ ਮਨ 'ਚ, ਕਹਿੰਦੇ ਤਨ 'ਚ ਪਿਆਸ ਲੱਗੀ ਹੋਈ ਹੈ ਪ੍ਰਭੂ ਦੇ ਦਰਸ਼ਨਾਂ ਦੀ, ਕੋਈ ਇਹੋ ਜਿਹਾ ਹੋਵੇ ਗੁਰਮੁਖ ਪਿਆਰਾ, ਰੱਬ ਦਾ ਪਿਆਰਾ, ਜਿਹੜਾ ਉਸ ਮਾਲਕ ਨਾਲ ਇੱਕਮਿਕ ਹੋਇਆ ਹੋਵੇ, ਅਤੇ ਮੈਨੂੰ ਵੀ ਉਸ ਮਾਲਕ ਨਾਲ ਹੀ ਮਾਂ ਕੋਈ ਮਿਲਾ ਦੇਵੇ। ਸੰਤ ਸਹਾਈ ਪ੍ਰੇਮ ਕੇ, ਹੋ ਤਿਨ ਕੈ ਲਾਗਾ ਪਾਏ,
बिन प्रभ क्यों सुख पाईय, दूजी नाही जाए। अगला बचन सतगुरु महाराज कर रहे ने। ਜਦੋਂ ਇਹ ਸਵਾਲ ਕੀਤਾ ਪਾਤਸ਼ਾਹ ਜੀ ਨੇ ਕਿ ਹੇ ਸਤਿਗੁਰੂ ਕੋਈ ਇਹੋ ਜਿਹਾ ਗੁਰਮੁਖ ਪਿਆਰਾ ਹੋਵੇ ਜਿਹੜਾ ਉਸ ਪਰਮਾਤਮਾ ਨਾਲ ਮਿਲਿਆ ਹੋਵੇ ਅਤੇ ਮੈਨੂੰ ਵੀ ਮਾਲਕ ਨਾਲ ਮਿਲਾ ਕੇ ਮੈਨੂੰ ਪ੍ਰਭੂ ਦੇ ਦਰਸ਼ਨ ਦਾਰੇ ਕਰਾ ਦੇਵੇ। ਅਤੇ ਸਤਿਗੁਰੂ ਕਹਿਣ ਲੱਗੇ ਹਾਂ ਭਾਈ ਹਨ, ਪਰ ਹੈ ਕਿਹੜੇ ਨੇ? ਹੇ ਮਾਂ, ਕਹਿੰਦੇ ਜਿਹੜੇ ਸੰਤ ਜਨ ਹਨ, ਪ੍ਰਭੂ ਦੀ ਬੰਦਗੀ ਕਰਨ ਵਾਲੇ, ਸ਼ਾਂਤ ਆਤਮਾ ਵਾਲੇ, ਜਿਨ੍ਹਾਂ ਦੇ ਮਨ 'ਚ ਤ੍ਰਿਸ਼ਨਾ ਨਹੀਂ, ਤਮਾ ਨਹੀਂ ਹੈ, ਸਭ ਖਤਮ ਹੋ ਗਈ ਹੈ। ਗੁਰਮੁਖ ਪਿਆਰੇ ਜਾਂ ਗੁਰੂ ਰੂਪੀ ਸੰਤ ਆਪਾਂ ਕਹਿ ਦਈਏ, ਕਹਿੰਦੇ ਇਹ ਪ੍ਰੇਮ ਦੇ ਸਹਾਇਕ ਹਨ। ਇਹ ਦੇਖਦੇ ਇਹਨਾਂ ਦਾ ਪ੍ਰੇਮ ਉਸ ਮਾਲਕ ਪ੍ਰਭੂ ਦੇ ਨਾਲ ਹਨ, ਅਤੇ ਜਿਸ ਕਰਕੇ ਇਹ ਜਿਹੜੇ ਉਸ ਮਾਲਕ ਨੂੰ ਚੇਤੇ ਕਿ ਨੇ ਸੰਗਤ ਕਰਦੇ ਹਨ, ਉਹਨਾਂ ਦੇ ਹਿਰਦੇ ਅੰਦਰ ਵੀ ਇਹ ਪ੍ਰੇਮ ਵਧਾ ਦਿੰਦੇ ਨੇ। ਜਿੰਨਾ ਸਾਡਾ ਮਾਲਕ ਨਾਲ, ਪ੍ਰਭੂ ਨਾਲ, ਗੁਰਬਾਣੀ ਨਾਲ ਪ੍ਰੇਮ ਵੱਧ ਜਾਵੇਗਾ, ਉਨਾ ਹੀ ਗੁਰੂ ਸਵਰੇ ਆਪਾਂ ਨਿਰੰਕਾਰ ਦੇ ਗੁਰੂ ਦੇ ਨੇੜੇ ਹੋ ਜਾਵਾਂਗੇ, ਸਾਡੀ ਨੇੜਤਾ ਵੱਧਦੀ ਜਾਵੇਗੀ। ਬਾਣੀ ਆਪਾਂ ਪੜ੍ਹਦੇ ਹਾਂ, ਸਾਰੇ ਪੜ੍ਹਦੇ ਹਾਂ, ਮੁਬਾਰਕ ਹੈ ਸਾਰਿਆਂ ਨੂੰ, ਅੰਮ੍ਰਿਤ ਵੇਲੇ ਉੱਠਦੇ ਮੁਬਾਰਕ ਹੈ। ਪਰ ਜਿਹੜਾ ਵੀ ਕਰਮ ਆਪਾਂ ਗੁਰੂ ਲਈ ਕਰਨਾ ਹੈ, ਗੁਰੂ ਦੇ ਨਿਮਿੱਤ ਕਰਨਾ ਹੈ, ਚਾਹੇ ਬਾਣੀ ਪੜ੍ਹਨੀ ਹੈ, ਸੇਵਾ ਕਰਨੀ, ਸਿਮਰਨ ਕਰਨਾ ਹੈ, ਅੰਮ੍ਰਿਤ ਉੱਠਣਾ, ਉਦੋਂ ਆਪਣਾ ਆਪ ਨਹੀਂ ਜਨਾਣਾ, ਪ੍ਰੇਮ ਦੇ ਸਹਿਤ ਬਾਣੀ ਪੜ੍ਹਨੀ ਹੈ। ਪ੍ਰੇਮ ਸਹਿਤ ਬਾਣੀ ਪੜ੍ਹਨੀ, ਪ੍ਰੇਮ ਸਹਿਤ ਕਥਾ ਸੁਣਨੀ, ਕੀਰਤਨ ਸੁਣਨਾ, ਸੰਗਤ ਕਰਨੀ, ਸੇਵਾ ਕਰਨੀ। ਜਿੰਨਾ ਸਾਡੇ ਹਿਰਦੇ ਅੰਦਰ ਪ੍ਰੇਮ ਪੈਦਾ ਹੋਵੇਗਾ ਨਾ, ਉਨੀ ਹੀ ਗੁਰੂ ਸਵਾਰੇ ਗੁਰੂ ਨੇ ਸਾਡੇ ਉੱਤੇ ਬਖਸ਼ਿਸ਼ ਕਰਨੀ ਹੈ। ਕਈ ਵਾਰੀ ਐਸਾ ਹੁੰਦਾ ਨਾ ਕਿ ਗੁਰੂ ਦੀਆਂ ਸੰਗਤਾਂ ਗੁਰੂ ਘਰ ਚੱਲ ਕੇ ਆਉਂਦੀਆਂ ਨੇ, ਅਤੇ ਕਈ ਵਾਰੀ ਜਿਹੜੇ ਸੇਵਾ ਕਰਨ ਵਾਲੇ ਹੁੰਦੇ, ਜਿਹੜੇ ਕਈ ਦਿਨਾਂ ਤੋਂ ਸੇਵਾ ਕਰਦੇ ਤਾਂ ਪ੍ਰਤੀ ਆਉਂਦੇ ਨੇ, ਜਾਂ ਗੁਰੂ ਘਰਾਂ ਵਿੱਚ ਰਹਿਣ ਵਾਲੇ ਨੇ, ਅਤੇ ਮਾਫ਼ ਕਰਨਾ ਕਈ ਵਾਰੀ ਇਹੋ ਲਈ ਸ਼ਬਦਾਵਲੀ ਵਰਤ ਲੈਂਦੇ ਨੇ, ਜਿਹੜੀ ਸੰਗਤ ਸੇਵਾ ਕਰਨ ਆਉਂਦੀ ਆ ਉਹਨਾਂ ਦਾ ਹਿਰਦਾ ਦੁੱਖ ਜਾਂਦਾ ਹੈ, ਜੋ ਬਿਲਕੁਲ ਗਲਤ ਹੈ। ਗੁਰੂ ਸਾਹਿਬਾਨ ਨੇ ਸਾਨੂੰ ਪ੍ਰੇਮ ਸਿਖਾਇਆ ਕਿ ਜਿਹੜੇ ਕਾਰਜ ਸਿੱਖ ਨੇ, ਜਿੰਨੇ ਵੀ ਕਾਰਜ ਕਰਨੇ, ਪ੍ਰੇਮ ਦੇ ਸਹਿਤ ਕਰਨੇ ਨੇ। ਕੀ ਪਤਾ ਜਿਹੜੀ ਸੰਗਤ ਚੱਲ ਕੇ ਆ ਰਹੀ ਹੈ, ਕੋਈ ਵੀ ਚੱਲ ਕੇ ਆਇਆ, ਉਹਦੇ 'ਚ ਕੋਈ ਪਹੁੰਚੀ ਹੋਈ ਰੂਹ ਹੋਵੇ, ਇੱਕਮਿਕ ਹੋਵੇ ਪਰਮਾਤਮਾ ਦੇ ਨਾਲ, ਆਪਣੇ ਮੁੱਖੋਂ ਸੋਤੇ ਸੁਤ ਕੋਈ ਬਚਨ ਕਰ ਦੇਵੇ, ਅਤੇ ਗੁਰੂ ਸਵਾਰੇ ਅੱਗੋਂ ਫਿਰ ਉਹਦਾ ਫਲ ਸਾਨੂੰ ਭੋਗਣਾ ਪਵੇਗਾ। ਅਤੇ ਸਤਿਗੁਰੂ ਨੇ ਸਾਨੂੰ ਪ੍ਰੇਮ ਕਰਨਾ ਸਿਖਾਇਆ ਹੈ। ਜੇ ਸਾਡੇ ਅੰਦਰ ਪ੍ਰੇਮ ਨਹੀਂ ਹੈ, ਅਤੇ ਪ੍ਰੇਮ ਤੋਂ ਬਿਨਾਂ ਜਿਹੜੇ ਕੀਤੇ ਹੋਏ ਧਰਮ ਦੇ ਨਿਮਿੱਤ ਸਾਰੇ ਕਰਮ ਨੇ, ਉਹ ਸਾਰੇ ਹੀ ਵਿਅਰਥ ਹਨ, ਕਿਸੇ ਕੰਮ ਨਹੀਂ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਜਿਹੜੇ ਸੰਤ ਸਹਾਈ ਪ੍ਰੇਮ ਕੇ, ਜਿਹੜੇ ਸੰਤ ਜਨ ਹਨ, ਇਹ ਸਹਾਇਕ ਹਨ ਪ੍ਰੇਮ ਦੇ। ਉਹਨਾਂ ਦੇ ਹਿਰਦੇ ਅੰਦਰ ਪ੍ਰਭੂ ਦੇ ਪ੍ਰਤੀ ਪ੍ਰੇਮ ਹੈ, ਉਹ ਪ੍ਰਭੂ ਨਾਲ ਇੱਕਮਿਕ ਹਨ। ਕਹਿੰਦੇ ਹੋਂ ਤਿੰਨ ਕਾ ਲਾਗਾ ਪਾਏ, ਇਉਂ ਮੈਂ ਉਹਨਾਂ ਦੇ ਪਾਏ ਚਰਨਾਂ ਵਿੱਚ ਜਾ ਕੇ ਲੱਗਿਆ ਹਾਂ, ਕਿਉਂਕਿ ਉਹੀ ਮੈਨੂੰ ਉਸ ਮਾਲਕ ਨਾਲ ਮਿਲਾਉਣ ਵਾਲੇ ਨੇ। ਉਹਨਾਂ ਦੀ ਸੰਗਤ ਕਰਕੇ ਹੀ ਮੇਰੇ ਹਿਰਦੇ ਅੰਦਰ ਪ੍ਰਭੂ ਦੇ ਪ੍ਰਤੀ, ਗੁਰੂ ਦੇ ਪ੍ਰਤੀ ਪ੍ਰੇਮ ਵੱਧ ਸਕਦਾ ਹੈ। ਬਿਨ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾ ਹੀ ਜਾਏ। ਅਗਲਾ ਬਚਨ ਗੁਰਦੇਵ ਪਿਤਾ ਜੀ ਕਰ ਰਹੇ ਨੇ, ਕਹਿੰਦੇ ਨੇ ਜੀਵ ਆਪਣੀ ਜ਼ਿੰਦਗੀ 'ਚ ਇਹ ਸੋਚਦਾ ਕਿ ਮੈਨੂੰ ਜ਼ਿੰਦਗੀ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਣ। ਹਰ ਇੱਕ ਮਨੁੱਖ ਦੀ, ਜੀਵ ਦੀ ਇਹੀ ਇੱਛਾ ਹੈ, ਚਾਹੇ ਅਮੀਰ ਹੈ, ਗਰੀਬ ਹੈ, ਰਾਜਾ ਹੈ, ਭਿਖਾਰੀ ਹੈ। ਹਰ ਇੱਕ ਮਨੁੱਖ ਹੀ ਕਹਿੰਦਾ ਹੈ ਕਿ ਮੈਨੂੰ ਸੁੱਖ ਮਿਲਣ, ਮੇਰੇ ਅੱਗੇ ਦੁੱਖ ਨਾ ਆਉਣ। ਪਰ ਦੁੱਖ ਅਤੇ ਸੁੱਖ ਇਹ ਸਾਡੇ ਆਪਣੇ ਕਰਮ ਨੇ। ਜੇ ਦੁੱਖ ਹੈ ਤੇ ਸੁੱਖ ਵੀ ਆਵੇਗਾ, ਸੁੱਖ ਹੈ, ਸੁੱਖ ਤੋਂ ਬਾਅਦ ਦੁੱਖ ਦੀ ਆਰੰਭਤਾ ਹੁੰਦੀ ਹੈ। ਦੁੱਖ ਸਮਾਪਤ ਹੁੰਦਾ, ਫਿਰ ਸੁੱਖ ਸ਼ੁਰੂ ਹੋ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਇਹ ਦੁੱਖ ਸੁੱਖ ਤਾਂ ਜਿਹੜੇ ਜ਼ਿੰਦਗੀ ਦੇ ਸੁੱਖ ਤੈਨੂੰ ਮਿਲਿਆ, ਇੱਕ ਕਿਤੇ ਖਤਮ ਹੋ ਜਾਵੇਗਾ। ਜੇ ਤੂੰ ਸਦੀਵੀ ਸੁੱਖ ਲੈਣਾ ਨਾ, ਸਦੀਵੀ ਸੁੱਖ ਲੈਣ ਦੇ ਲਈ ਤੈਨੂੰ ਉਸ ਮਾਲਕ ਦੀ ਆਰਾਧਨਾ ਕਰਨੀ ਪਵੇਗੀ, ਤੈਨੂੰ ਗੁਰੂ ਗੁਰੂ ਜਪਣਾ ਪਵੇਗਾ। ਫਿਰ ਜਦੋਂ ਤੇਰਾ ਸਦੀਵੀ ਸੁੱਖ ਤੈਨੂੰ ਉਦੋਂ ਪ੍ਰਾਪਤ ਹੋਣਾ ਜਦੋਂ ਤੂੰ ਆਪਣੇ ਸਰੀਰ ਦੇ ਮੂੰਹ 'ਚੋਂ ਬਾਹਰ ਨਿਕਲ ਗਿਆ। ਜਿਉਂ-ਜਿਉਂ ਆਪਾਂ ਗੁਰਬਾਣੀ ਨਾਲ ਜੁੜਦੇ ਜਾਵਾਂਗੇ,
ਅਭਿਆਸ ਕਰਦੇ ਜਾਵਾਂਗੇ ਤਿਉਂ-ਤਿਉਂ ਗੁਰੂ ਸਰ ਸਾਡੇ ਹਿਰਦੇ ਅੰਦਰ ਮੋਹ ਦੀਆਂ ਤੰਦਾਂ ਮੁੱਕਦੀਆਂ ਜਾਂਦੀਆਂ ਨੇ। ਜਦੋਂ ਸਰੀਰ ਨਾਲ ਮੋਹ ਖਤਮ ਹੋ ਗਏ ਆ ਤੇ ਉਦੋਂ ਫਿਰ ਗੁਰੂ ਸਵਾਰੇ ਉਹ ਜੀਵ ਫਿਰ ਚਾਹੇ ਅੱਤ ਦਾ ਦੁੱਖ ਦੇ ਸਰੀਰਕ ਕਸ਼ਟ ਆ ਜਾਵੇ, ਉਹ ਦੁਖੀ ਉਸ ਸਮੇਂ ਦੁਖੀ ਨਹੀਂ ਹੁੰਦਾ, ਕਿਉਂਕਿ ਉਹ ਚੜ੍ਹਦੀ ਕਲਾ ਵਿੱਚ ਹੁੰਦਾ। ਤਾਂ ਸਰੀਰ ਦੀ ਪਰਵਾਹ ਨਹੀਂ ਕਰਦੇ, ਉਹ ਆਤਮਿਕ ਤੌਰ 'ਤੇ ਬਲਵਾਨ ਹੋ ਜਾਂਦੇ ਨੇ। ਤੇ ਗੁਰੂ ਸਾਹਿਬਾਨ ਜੀ ਇੱਥੇ ਹੀ ਬਚਨ ਕਰਦੇ ਹਨ, ਕਹਿੰਦੇ ਜਿਹੜਾ ਇਹ ਸੁੱਖ ਹੈ ਭਾਈ ਪ੍ਰਭੂ ਤੋਂ ਬਿਨਾਂ, ਕਹਿੰਦੇ ਕਿਉਂ ਸੁੱਖ ਪਾਈ ਹੈ ਐ ਜੀਵ ਇਸਤਰੀਏ, ਕਿਵੇਂ ਤੂੰ ਸੁੱਖ ਪ੍ਰਾਪਤ ਕਰ ਸਕਦੀ ਹੈ? ਤੈਨੂੰ ਪ੍ਰਭੂ ਪਤੀ ਤੋਂ ਬਿਨਾਂ ਸੁੱਖ ਨਹੀਂ ਮਿਲ ਸਕਦਾ। ਕਹਿੰਦੇ ਦੂਜੀ ਨਾ ਹੀ ਜਾਏ, ਨਾ ਹੀ ਕਹਿੰਦੇ ਕੋਈ ਦੂਜੀ ਹੋਰ ਥਾਂ ਹੈ ਜਿਸ ਜਿਹੜੀ ਪਰਮੇਸ਼ਰ ਦੇ ਗੁਰੂ ਦੇ ਬਰਾਬਰ ਹੋਵੇ, ਕੋਈ ਇਹੋ ਜਿਹੀ ਥਾਂ ਹੀ ਨਹੀਂ ਹੈ। ਤੁਧਨੋਂ ਛੋੜ ਜਾਈਐ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸੰਸਰ, ਤੇਰੇ ਬਰਾਬਰ ਪ੍ਰਮਾਤਮਾ ਕੋਈ ਹੈ ਹੀ ਨਹੀਂ ਹੈ। ਜਿਹੜਾ ਸੁੱਖ ਮਿਲਣਾ ਉਹ ਸੁੱਖ ਸਾਨੂੰ ਕੇਵਲ ਤੇ ਕੇਵਲ ਗੁਰ ਚਰਨਾਂ ਦੇ ਵਿੱਚ ਹੀ ਮਿਲਣਾ ਹੈ। ਗੁਰੂ ਵਾਲੇ ਬਣ ਕੇ ਜ਼ਿੰਦਗੀ ਦੇ ਸੁੱਖ ਆਪਾਂ ਮਾਣ ਸਕਦੇ ਹਾਂ। ਦੁਨਿਆਵੀ ਤੌਰ 'ਤੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਮਨੁੱਖ ਦੁਖੀ ਹੁੰਦਾ ਹੈ, ਪਰ ਅੰਤਰੀਵ ਤੌਰ 'ਤੇ ਨੂੰ ਜ਼ਿੰਦਗੀ ਦੇ ਸਾਰੇ ਸੁੱਖ ਜਿਹੜੇ ਮਿਲੇ ਹੁੰਦੇ ਨੇ, ਜਿਹੜਾ ਸੁੱਖ ਕਦੇ ਭੰਗ ਨਹੀਂ ਹੋਣ ਵਾਲਾ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਨਨਕਾਣਾ ਸਾਹਿਬ ਰਾਏ ਭੋਜ ਤਲਵੰਡੀ ਵਿਖੇ ਬਿਰਾਜਮਾਨ ਨੇ। ਯਾਤਰਾ ਕਰਕੇ ਸਤਿਗੁਰੂ ਵਾਪਸ ਆਏ ਨੇ। ਮਾਤਾ ਤ੍ਰਿਪਤਾ ਜੀ ਦੇ ਮਨ ਵਿੱਚ ਇਹ ਚਾਅ ਪੈਦਾ ਹੋਇਆ ਕਿ ਮੇਰਾ ਪੁੱਤਰ ਕਈ ਮਹੀਨਿਆਂ ਬਾਅਦ ਘਰ ਪਹੁੰਚਿਆ ਏ, ਅੱਜ ਮੈਂ ਪੁੱਤਰ ਨੂੰ ਗਰਮ ਗਰਮ ਪ੍ਰਸ਼ਾਦਾ ਛਕਾਣਾ ਕਰਾਂ। ਤੇ ਮੇਰਾ ਪੁੱਤਰ ਪਤਾ ਨਹੀਂ ਕਦੇ ਜੰਗਲਾਂ ਜਾ ਕੇ ਬੈਠ ਜਾਂਦਾ, ਸਫ਼ਰ ਕਰਦਾ ਹੈ, ਕਦੇ ਕਿੱਥੇ ਬੈਠਦਾ, ਪਤਾ ਨਹੀਂ ਪ੍ਰਸ਼ਾਦਾ ਮਿਲਦਾ ਹੋਵੇਗਾ ਨਹੀਂ ਮਿਲਦਾ। ਮਾਂ ਦਾ ਹਿਰਦਾ ਸੀ। ਸਤਿਗੁਰੂ ਜੀ ਵਿਸ਼ਰਾਮ ਕਰ ਰਹੇ ਨੇ। ਘਰ ਵਿੱਚ ਦਾਸੀ ਸੀ ਤੁਲਸਾ। ਤੁਲਸਾ ਦਾਸੀ ਨੂੰ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਕਿ ਜਾ ਕੇ ਮੇਰੇ ਪੁੱਤਰ ਨੂੰ ਉਠਾਣਾ ਕਰ ਕਿ ਗਰਮ ਗਰਮ ਪ੍ਰਸ਼ਾਦਾ ਤਿਆਰ ਹੈ, ਤੂੰ ਛਕਣਾ ਕਰ। ਤੁਲਸਾ ਦਾਸੀ ਗਈ। ਜਦੋਂ ਕਮਰੇ ਵਿੱਚ ਪਹੁੰਚੀ, ਉਸ ਕਮਰੇ 'ਚ ਗੁਰਦੇਵ ਪਿਤਾ ਜੀ ਵਿਰਾਜਮਾਨ ਸਨ। ਕੀ ਦੇਖਦੀ ਹੈ ਕਿ ਸਤਿਗੁਰੂ ਜੀ ਨੇ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਚੱਦਰ ਨਾਲ ਕੱਜਿਆ ਹੋਇਆ, ਸਾਰਾ ਸਰੀਰ ਢੱਕਿਆ ਹੋਇਆ, ਤੇ ਇੱਕ ਸਤਿਗੁਰ ਸੱਜੇ ਚਰਨ ਦਾ ਜਿਹੜਾ ਅੰਗੂਠਾ ਸੀ ਨਾ ਉਹ ਬਾਹਰ ਸੀ। ਪਤਾ ਨਹੀਂ ਭਾਗ ਜਾਗੇ ਕੀ ਹੋਇਆ, ਉਹਦੇ 'ਤੇ ਕਿਰਪਾ ਹੋ ਗਈ ਮਾਲਕ ਦੀ। ਪਹਿਲਾਂ ਤਾਂ ਗੁਰੂ ਸਰ ਨੇ ਪਰਿਕਰਮਾ ਕੀਤੀ ਘੁੰਮ ਕੇ ਕਿ ਸਤਿਗੁਰੂ ਜੀ ਸੁੱਤੇ ਪਏ ਨੇ, ਨਾਨਕ ਜੀ ਮੈਂ ਕਿਸ ਤਰੀਕੇ ਨਾਲ ਉਠਾਵਾਂ। ਜਦੋਂ ਆਪਾਂ ਘਰ ਬੱਚੇ ਸੁੱਤੇ ਹੁੰਦੇ ਨਾ, ਬੱਚੇ ਨੂੰ ਆਪਾਂ ਬਾਹੋਂ ਪਕੜ ਕੇ ਉਠਾਇਆ ਜਾਂਦਾ ਕਿ ਉੱਠ, ਸਕੂਲ ਦਾ ਟਾਈਮ ਹੋ ਗਿਆ, ਦਿਨ ਚੜ੍ਹ ਗਿਆ। ਬੱਚੇ ਨੂੰ ਆਪਾਂ ਚੁੱਕ ਕੇ ਉਠਾ ਦਿੰਦੇ ਹਾਂ। ਸਿਆਣਿਆਂ ਨੂੰ ਜਦੋਂ ਉਠਾਉਣਾ ਹੋਵੇ ਨਾ, ਸਿਆਣੇ ਸੁੱਤੇ ਹੋਣ, ਉਹਨਾਂ ਨੂੰ ਉਠਾਉਣ ਦਾ ਤਰੀਕਾ ਹੈ ਉਹਨਾਂ ਦੇ ਚਰਨ ਪਕੜ ਲਓ, ਜਾ ਕੇ ਚਰਨਾਂ 'ਚ ਚਰਨ ਘੁੱਟਣ ਲੱਗ ਜਾਓ ਅਤੇ ਸਿਆਣੇ ਆਪਣੇ ਆਪ ਉੱਠ ਕੇ ਬੈਠ ਜਾਂਦੇ ਨੇ। ਅਤੇ ਤੁਲਸਾ ਦਾਸੀ ਫਿਰ ਮਨ ਵਿੱਚ ਵਿਚਾਰ ਕਰਦੀ ਹੈ ਕਿ ਕਿਵੇਂ ਇਹਨਾਂ ਨੂੰ ਉਠਾਉਣਾ ਕਰਾਂ। ਇਹ ਸਿਆਣੇ ਨੇ, ਬੜਾ ਸਤਿਕਾਰ ਹੈ ਸਾਰਿਆਂ ਦੇ ਵਿੱਚ। ਪਰਿਕਰਮਾ ਕੀਤੀ ਅਤੇ ਜਦੋਂ ਚਰਨਾਂ ਵੱਲ ਧਿਆਨ ਗਿਆ, ਸੱਜੇ ਚਰਨ ਦਾ ਅੰਗੂਠਾ ਬਾਹਰ ਹੈ, ਅਤੇ ਸੋਚਦੀ ਚਲੋ ਮੈਂ ਚਰਨ ਪਕੜ ਕੇ ਉਠਾਉਣਾ ਕਰਾਂ। ਕਹਿੰਦੇ ਚਰਨਾਂ ਦੇ ਕੋਲ ਹੋਈ ਅਤੇ ਸਤਿਗੁਰੂ ਮਹਾਰਾਜ ਦੇ ਜਦੋਂ ਚਰਨ ਅੰਗੂਠਾ ਦੇਖਿਆ ਅਤੇ ਮਨ 'ਚ ਲਾਲਸਾ ਜਾਗੀ ਕਿ ਇਸ ਗੁਰੂ ਦੇ ਚਰਨਾਂ ਨੂੰ, ਕਿ ਚਰਨਾਂ ਦੀ ਧੂੜ ਸਾਰੇ ਲੋਚਦੇ ਨੇ, ਅੱਜ ਮੈਂ ਵੀ ਦੇਖਣਾ ਕਰਾਂ ਕਿ ਗੁਰੂ ਦੇ ਚਰਨਾਂ ਦੀ ਧੂੜ 'ਚ ਕਿੰਨੀ ਕੁ ਤਾਕਤ ਹੈ। ਕਹਿੰਦੇ ਨੇ ਐਸੇ ਭਾਗ ਜਾਗੇ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਨੂੰ ਜਿਹੜਾ ਅੰਗੂਠਾ ਸੀ ਉਹਨੂੰ ਆਪਣੇ ਮੁੱਖ 'ਚ ਪਾ ਲਿਆ, ਚੱਟਣ ਲੱਗ ਪਈ। ਬਸ ਇੰਨਾ ਹੀ ਕਰਨ ਦੀ ਦੇਰੀ ਸੀ, ਅੰਦਰਲੇ ਸਾਰੇ ਕਵਾੜ ਖੁੱਲ੍ਹ ਗਏ। ਤਿੰਨਾਂ ਲੋਕਾਂ ਦੀ ਸੋਝੀ ਆ ਗਈ, ਕਮਰੇ 'ਚ ਵਾਪਸ ਆ ਗਈ। ਮਾਤਾ ਤ੍ਰਿਪਤਾ ਜੀ ਪੁੱਛਦੇ ਨੇ ਕਿ ਤੈਨੂੰ ਮੈਂ ਆਪਣੇ ਪੁੱਤਰ ਨੂੰ ਉਠਾਉਣ ਵਾਸਤੇ ਭੇਜਿਆ ਸੀ, ਤੂੰ ਕਿਉਂ ਨਹੀਂ ਉਠਾਉਣਾ ਕੀਤਾ?
ਤੇ ਅੱਗੋਂ ਤੁਲਸਾ ਦਾਸੀ ਕਹਿਣ ਡਿਗੇ ਤੁਹਾਡਾ ਪੁੱਤਰ ਇੱਥੇ ਹੋਵੇ। ਮੈਂ ਤਾਈਓ ਉਠਾਣਾ ਕਰਾਂ, ਤੁਹਾਡਾ ਪੁੱਤਰ ਤਾਂ ਆਪਣੇ ਸਿੱਖ ਦਾ ਡੁੱਬਦਾ ਹੋਇਆ ਜਹਾਜ਼ ਬੰਨੇ ਲਾ ਰਿਹਾ ਹੈ। ਸਿੱਖ ਦਾ ਡੁੱਬਦਾ ਹੋਇਆ ਜਹਾਜ਼ ਬੰਨੇ ਲਾ ਰਿਹਾ। ਕਹਿੰਦੇ ਇੰਨਾ ਵਚਨ ਕੀਤਾ ਤੇ ਮਾਤਾ ਤ੍ਰਿਪਤਾ ਜੀ ਦੇ ਨੇਤਰਾਂ 'ਚ ਹੰਝੂ ਡਿੱਗਣ ਲੱਗ ਪਏ। ਉਧਰੋਂ ਸਤਿਗੁਰੂ ਦੀਨ ਦਿਆਲੂ ਸਤਿਗੁਰੂ ਉੱਠੇ ਨੇ, ਮਾਂ ਦੇ ਕੋਲ ਆ ਕੇ ਬੈਠੇ। ਮਾਂ ਗਰਮ ਗਰਮ ਪ੍ਰਸ਼ਾਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਥਾਲ ਵਿੱਚ ਪਰੋਸ ਕੇ ਦੇ ਰਹੇ ਨੇ। ਸਤਿਗੁਰੂ ਨੇ ਪਹਿਲੀ ਗਰਾਹੀ ਮੁੱਖ ਵਿੱਚ ਪਾਈ, ਜੋ ਸਾਹਮਣੇ ਦੇਖਿਆ ਧਿਆਨ ਆਪਣੀ ਮਾਤਾ ਵੱਲ ਗਿਆ ਤੇ ਮਾਤਾ ਦੇ ਨੇਤਰਾਂ 'ਚ ਹੰਝੂ ਡਿੱਗ ਰਹੇ ਨੇ। ਤੇ ਉਦੋਂ ਗੁਰੂ ਸਵਾਰਿਓ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਮਾਤਾ ਜੀ ਕੀ ਗੱਲ ਹੈ, ਤੁਸੀਂ ਵਿਰਾਗ ਕਿਉਂ ਕਰਦੇ ਹੋ? ਤੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪੁੱਤਰ ਪਹਿਲਾਂ ਤਾਂ ਸਾਡੇ ਜਿਹੜੇ ਸ਼ਰੀਕ ਸਨ ਉਹ ਸਾਨੂੰ ਮਜ਼ਾਕ ਕਰਦੇ ਸੀ ਕਿ ਕਲਿਆਣ ਦਾਸ ਦਾ ਪੁੱਤਰ ਜਿਹੜਾ ਹੈ ਉਹ ਇੱਧਰ ਉੱਧਰ ਸਾਰੀਆਂ ਥਾਂ ਵਿਚਰਦਾ ਹੈ। ਤੇ ਅੱਜ ਕਹਿੰਦੇ ਸਾਡੇ ਘਰ ਦੇ ਨੌਕਰ ਵੀ, ਦਾਸੀਆਂ, ਸੇਵਕਾਣੀਆਂ ਵੀ ਮਜ਼ਾਕ ਕਰਨ ਲੱਗ ਪਈਆਂ। ਮੈਂ ਆਪਣੇ ਦਾਸੀ ਤੁਲਸਾ ਨੂੰ ਭੇਜਿਆ ਕਿ ਜਾ ਕੇ ਬਾਲ ਨਾਨਕ ਨੂੰ ਉਠਾਣਾ ਕਰ। ਤੇ ਅੱਗੋਂ ਇਹ ਆਖਣ ਲੱਗੀ ਕਿ ਤੁਹਾਡਾ ਪੁੱਤਰ ਤਾਂ ਆਪਣੇ ਸਿੱਖ ਦਾ ਡੁੱਬਦਾ ਹੋਇਆ ਜਹਾਜ਼ ਬੰਨੇ ਲਾ ਰਿਹਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਮਾਂ ਇਹ ਤਾਂ ਝੱਲੀ ਹੈ, ਕਮਲੀ ਹੈ, ਐਵੇਂ ਬੋਲੀ ਜਾ ਰਹੀ ਹੈ। ਹੁਣ ਇਹ ਵਚਨ ਕੀਤੇ, ਹੁਣ ਗੁਰੂ ਨਾਨਕ ਪਾਤਸ਼ਾਹ ਦੇ ਵਚਨ ਝੱਲੀ ਹੋ ਗਈ, ਕਮਲੀ ਹੋ ਗਈ। ਤੇ ਗੁਰੂ ਸਾਹਿਬਾਨ ਦੇ ਕੋਲ ਭੈਣ ਨਾਨਕੀ ਸੀ ਕੋਲ ਬੈਠੇ ਹੋਏ। ਭੈਣ ਨਾਨਕੀ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਖਿਆ, ਕਹਿਣ ਲੱਗੀ, ਵੀਰ ਜੀ ਤੁਲਸਾ ਦਾਸੀ ਨੇ ਝੂਠ ਨਹੀਂ ਬੋਲਿਆ। ਕਿਉਂਕਿ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਸਿੱਖਾਂ ਦਾ ਆਪਾਂ ਇਤਿਹਾਸ ਪੜ੍ਹਦੇ, ਸਭ ਤੋਂ ਪਹਿਲਾਂ ਸਿੱਖ ਕਿਹੜਾ ਹੋਇਆ? ਗੁਰੂ ਨਾਨਕ ਸਾਹਿਬ ਮਹਾਰਾਜ ਦਾ। ਤੇ ਇੱਕ ਇਸਤਰੀ ਦਾ ਨਾਮ ਆਉਂਦਾ ਹੈ, ਉਹ ਇਸਤਰੀ ਹੋਰ ਕੋਈ ਨਹੀਂ ਹੈ, ਉਹ ਹੈ ਭੈਣ ਨਾਨਕੀ ਜੀ। ਬੇਬੇ ਨਾਨਕੀ ਜੀ ਨੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਿਰੰਕਾਰ ਕਰਕੇ ਜਾਣਨਾ ਕੀਤਾ ਸੀ ਬਚਪਨ ਤੋਂ ਹੀ। ਤੇ ਉਹ ਭੈਣ ਨਾਨਕੀ ਆਖਣ ਲੱਗੀ ਕਿ ਵੀਰ ਜੀ ਤੁਲਸਾ ਦਾਸੀ ਕਿਹੜਾ ਝੂਠ ਬੋਲਦੀ ਹੈ, ਬਿਲਕੁਲ ਸੱਚ ਹੈ। ਜਦੋਂ ਸਤਿਗੁਰੂ ਕਹਿਣ ਲੱਗੇ, ਤੁਸੀਂ ਫਿਰ ਆਪਣੇ ਮੁੱਖੋਂ ਬਚਨ ਕਰਕੇ ਝੱਲੀ ਹੈ, ਕਮਲੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਦੁਨਿਆਵੀ ਤੌਰ 'ਤੇ ਇਹ ਝੱਲੀ ਕੀਤੀ, ਕਮਲੀ ਕੀਤੀ ਹੈ। ਅੰਤਰੀਪ ਤੌਰ 'ਤੇ ਇਹ ਰਹਿੰਦੇ ਸਵਾਸਾਂ ਤੱਕ ਸਾਡੇ ਨਾਲ ਜੁੜੀ ਰਹੇਗੀ। ਜਦੋਂ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਜਾਵੇਗੀ, ਫਿਰ ਇਹ ਮੁਕਤ ਹੋ ਜਾਏ, ਜੰਮਣ ਮਰਨ ਤੋਂ ਰਹਿਤ ਹੋ ਜਾਵੇਗੀ। ਐਡੀ ਵੱਡੀ ਬਖਸ਼ਿਸ਼ ਗੁਰੂ ਸਵਾਰੇ ਗੁਰੂ ਸਾਹਿਬਾਨ ਜੀ ਕਰਦੇ ਨੇ। ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਨਾ, ਉਹਨਾਂ ਦਾ ਫਿਰ ਸਰੀਰ ਨਾਲ ਮੋਹ ਟੁੱਟ ਜਾਂਦਾ ਹੈ। ਸਰੀਰ ਨਾਲ ਮੋਹ ਟੁੱਟ ਕੇ ਕੇਵਲ ਤੇ ਕੇਵਲ ਅੰਤਰੀਵ ਤੌਰ 'ਤੇ ਉਹ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ। ਤੇ ਸਰੀਰ ਉੱਤੇ ਕਸ਼ਟ ਆਉਂਦਾ ਤੇ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ। ਉਹ ਹਰ ਸਮੇਂ ਸਦੀਵੀ ਸੁੱਖ ਪ੍ਰਾਪਤ ਕਰਦੇ ਨੇ। ਸਦੀਵੀ ਸੁੱਖ ਜਿਹੜਾ ਕਦੇ ਵੀ ਭੰਗ ਹੋਣ ਵਾਲਾ ਨਹੀਂ ਹੈ। ਸਦੀਵੀ ਸੁੱਖ ਹੈ ਪਰਮਾਤਮਾ ਦੇ ਨਾਮ ਵਿੱਚ, ਗੁਰਚਰਨਾਂ ਜੁੜਨ ਵਿੱਚ ਹੀ। ਤੇ ਸਤਿਗੁਰੂ ਕਹਿੰਦੇ ਨੇ, ਇਸ ਪ੍ਰਕਾਰ ਪ੍ਰਭਨ ਕਹਿੰਦੇ ਨੇ, ਭਾਈ ਬਿਨ ਪ੍ਰਭ ਕਿਉਂ ਸੁੱਖ ਪਾਈ ਹੈ, ਦੂਜੀ ਨਾਹੀ ਜਾਏ। ਪ੍ਰਭੂ ਤੋਂ ਬਿਨਾਂ ਸੁੱਖ ਕਿਵੇਂ ਪ੍ਰਾਪਤ ਕਰੀਏ? ਨਾ ਹੀ ਕਹਿੰਦੇ ਕੋਈ ਦੂਜੀ ਹੋਰ ਥਾਂ ਹੈ ਜਿੱਥੇ ਜਾ ਕੇ ਇਹ ਸੁੱਖ ਮਿਲ ਸਕੇ। ਸੁੱਖ ਮਿਲਣਾ ਕੇਵਲ ਤੇ ਕੇਵਲ ਸਤਿਗੁਰੂ ਮਹਾਰਾਜ ਦੀ, ਪ੍ਰਭੂ ਦੀ ਸ਼ਰਨ ਵਿੱਚ ਆ ਕੇ ਹੀ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਅਗਲਾ ਬਚਨ ਗੁਰਦੇਵ ਪਿਤਾ ਜੀ ਕਰ ਰਹੇ ਹਨ ਕਿ ਜਿਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਕਹਿੰਦੇ ਪ੍ਰੇਮ ਦਾ ਰਸ ਚੱਖਣਾ ਕੀਤਾ, ਨਾਮ ਦਾ ਰਸ ਚੱਖਿਆ ਹੈ, ਫਿਰ ਉਹ ਜੀਵਾਂ ਦੀ ਹਾਲਤ ਕਿਹੋ ਜਿਹੀ ਹੋ ਜਾਂਦੀ ਹੈ? ਸੇ ਤ੍ਰਿਪਤ, ਤ੍ਰਿਪਤ ਤੋਂ ਭਾਵ ਰੱਜ ਗਏ, ਬਿਲਕੁਲ ਰੱਜ ਗਏ। ਉਹਨਾਂ ਦੀ ਮਾਇਆ ਦੀ ਭੁੱਖ, ਪਦਾਰਥਾਂ ਦੀ ਭੁੱਖ, ਇਹ ਸਾਰੀ ਖਤਮ ਹੋ ਜਾਂਦੀ ਹੈ। ਉਹ ਬਿਲਕੁਲ ਇਸ ਮਾਇਆ ਪਰ ਰੱਜੇ ਹੁੰਦੇ ਨੇ। ਉਹਨਾਂ ਦੀ ਕੇਵਲ ਇੱਕੋ ਹੀ ਮਨ 'ਚ ਇੱਛਾ ਹੁੰਦੀ ਹੈ, ਉਹ ਪ੍ਰੇਮ ਦੇ ਰਸ ਵਿੱਚ ਲੀਨ ਹੋ ਕੇ ਹਰ ਸਮੇਂ ਉਸ ਮਾਲਕ ਦੀ ਇਬਾਦਤ ਕਰਦੇ ਹਨ। ਆਪ ਤਿਆਗ ਬਿਨਤੀ ਕਰਹਿ, ਲਿਹੋ ਪ੍ਰਭੂ ਲੜ ਲਾਏ।
ਕਹਿੰਦੇ ਭਾਈ ਤੂੰ ਆਪਣਾ ਆਪ ਤਿਆਗ। ਜੇ ਤੂੰ ਚਾਹੁੰਦਾ ਨਾ, ਇਹ ਜੀਵ ਇਸਤਰੀ ਚਾਹੁੰਦੀ ਹੈ ਕਿ ਮੇਰਾ ਪਤੀ ਪਰਮੇਸ਼ਰ ਨਾਲ ਮੇਰਾ ਮਿਲਾਪ ਹੋ ਜਾਵੇ, ਕਹਿੰਦੇ ਸਭ ਤੋਂ ਪਹਿਲਾਂ ਫਿਰ ਤੂੰ ਆਪਣਾ ਆਪ ਤਿਆਗਣਾ ਕਰ। ਜਦੋਂ ਗੁਰੂ ਦੇ ਦਰ 'ਤੇ ਆਉਣਾ ਨਾ, ਉਦੋਂ ਆਪਣਾ ਆਪ ਨਹੀਂ ਜਨਾਣਾ। ਮਨ 'ਚ ਨਿਮਰਤਾ ਹੋਣੀ ਚਾਹੀਦੀ ਹੈ, ਪ੍ਰੇਮ ਭਾਵਨਾ ਹੋਣੀ ਚਾਹੀਦੀ ਹੈ। ਅਤੇ ਇਸ ਤਰ੍ਹਾਂ ਸ਼ਰਧਾ ਭਾਵਨਾ ਰੱਖ ਕੇ ਪ੍ਰੇਮ ਦੇ ਸਹਿਤ ਆਪਣੇ ਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਹੈ। ਦੋਨੋਂ ਹੱਥ ਜੋੜ ਕੇ ਅਰਦਾਸ ਬੇਨਤੀ ਕਰਨੀ ਹੈ। ਅਤੇ ਬੇਨਤੀ 'ਚ ਕੀ ਕਹਿਣਾ ਹੈ? ਲੇਹੋ ਪ੍ਰਭੂ ਲੜ ਲਾਏ। ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਸਾਨੂੰ ਆਪਣੇ ਲੜ ਪੱਲੇ ਨਾਲ ਲਾਣਾ ਕਰੋ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨ ਜਾਏ। ਜਿਹੜੀਆਂ ਜੀਵ ਇਸਤਰੀਆਂ ਕੰਤ ਪਤੀ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਈਆਂ, ਇੱਕ ਮੈਂ ਕਰ ਲਈਆਂ, ਸੇ ਵਿਛੜ ਕਤਹਿ ਨ ਜਾ, ਉਹ ਵਿਛੜ ਕੇ ਕਦੇ ਵੀ ਕਿਤੇ ਨਹੀਂ ਜਾਂਦੀਆਂ ਹਨ। ਉਹ ਸਦੀਵੀ ਕਾਲ ਦੇ ਲਈ ਆਪਣੇ ਪਤੀ ਪਰਮੇਸ਼ਰ ਨਾਲ ਹੀ ਮਿਲੀਆਂ ਰਹਿੰਦੀਆਂ ਹਨ। ਪ੍ਰਭਣ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਸਤਿਗੁਰੂ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ ਕਿ ਪ੍ਰਭਣ ਦੂਜਾ ਕੋ ਨਹੀਂ, ਪ੍ਰਭੂ ਪਰਮਾਤਮਾ ਤੋਂ ਬਿਨਾਂ ਕਹਿੰਦੇ ਦੂਜਾ ਕੋਈ ਹੋਰ ਹੈ ਹੀ ਨਹੀਂ ਹੈ। ਇਸ ਕਰਕੇ ਨਾਨਕ ਹਰਿ ਸਰਣਾਏ, ਨਾਨਕ ਨੇ ਹਰੀ ਦੀ ਸ਼ਰਨ ਆਏ, ਸ਼ਰਨ ਤੱਕਣਾ ਕੀਤੀ ਹੈ। ਜਿਹੜਾ ਪ੍ਰਭੂ ਪਰਮਾਤਮਾ ਸਾਰਿਆਂ ਦਾ ਮਾਲਕ ਹੈ। ਅਸੂ ਸੁਖੀ ਵਸੰਦੀਆ ਜਿਨਾ ਮਿਆ ਹਰ ਰਾਏ। ਮਨੁੱਖਾ ਜਨਮ ਰੂਪੀ ਅੱਸੂ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੁਖੀ ਵਸੰਦੀਆਂ, ਸੁੱਖਾਂ ਦੇ ਸਹਿਤ ਵਸਦੀਆਂ ਹਨ। ਜਿਨ੍ਹਾਂ ਮਿਆ ਹਰ, ਮਿਆ ਕਹਿੰਦੇ ਨੇ ਕਿਰਪਾ। ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਉਂਦੇ ਹੁੰਦੇ, ਇੱਕ ਹੈ ਮਾਇਆ, ਮੰਮੇ ਨੂੰ ਕੰਨਾ, ਈੜੀ ਨੂੰ ਸਿਹਾਰੀ ਅਤੇ ਐੜੇ ਨੂੰ ਕੰਨਾ, ਇਹ ਬਣ ਗਈ ਮਾਇਆ, ਧਨ ਦੌਲਤ ਸੰਪਤਾ। ਇੱਕ ਆ ਜਦੋਂ ਆਉਂਦਾ ਮੰਮਾ ਈੜੀ ਨੂੰ ਸਿਹਾਰੀ ਐੜੇ ਨੂੰ ਕੰਨਾ, ਉਦੋਂ ਅਰਥ ਬਣਨੇ ਕਿਰਪਾ। ਇੱਥੇ ਸਤਿਗੁਰੂ ਨੇ ਜਿਨ੍ਹਾਂ ਮਿਆ ਹਰ ਰਾਜ, ਜਿਨ੍ਹਾਂ ਉੱਤੇ ਕਹਿੰਦੇ ਹਰੀ ਰਾਏ ਰਾਜਾ ਸਰੂਪ ਦੀ ਮਿਆ ਹੈ, ਕਿਰਪਾ ਹੈ। ਕਹਿੰਦੇ ਉਹ ਅੱਸੂ ਮਹੀਨੇ ਵਿੱਚ, ਮਨੁੱਖਾ ਜਨ ਅੱਸੂ ਦੇ ਮਹੀਨੇ ਵਿੱਚ ਉਹ ਸੁੱਖਾਂ ਦੇ ਸਹਿਤ ਵਸਦੀਆਂ ਹਨ। ਉਹ ਆਪਣੀ ਜ਼ਿੰਦਗੀ ਚੜ੍ਹਦੀ ਕਲਾ ਬਤੀਤ ਕਰਦੀਆਂ ਹਨ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਸਾਡਾ ਜੇ ਸਤਿਗੁਰੂ ਮਹਾਰਾਜ ਚਰਨਾਂ ਆਪਾਂ ਬੇਨਤੀ